ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪ੍ਰੋਗਰਾਮ ਮੁਲਾਕਾਤ। ਤੁਹਾਡਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਿਨੇਮਾ ਦਾ ਸਾਡੇ ਜੀਵਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਵਧੀਆ ਪ੍ਰਭਾਵ ਦੀ ਤੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਡਾਰਕ ਸਾਈਡ ਆਫ ਸਿਨੇਮਾ, ਜੋ ਬੁਰਾ ਅਸਰ ਪੈਂਦਾ ਹੈ ਸਿਨੇਮਾ ਦੇ ਉੱਤੇ। ਪੂਰੀ ਦੁਨੀਆ ਦਾ ਸਿਨੇਮਾ ਹੈ, ਕਿਸੇ ਵੀ ਦੇਸ਼ ਦਾ ਸਿਨੇਮਾ ਹੋ ਸਕਦਾ ਹੈ, ਪਰ ਜੇ ਉਹਦੇ ਬੈਡ ਐਲੀਮੈਂਟਸ ਨੇ, ਉਹਦਾ ਅਸਰ ਸਾਡੇ ਜੀਵਨ ਦੇ ਉੱਤੇ ਜ਼ਰੂਰ ਪੈਂਦਾ ਹੈ, ਸਾਡੀ ਸੋਚ ਦੇ ਉੱਤੇ ਜ਼ਰੂਰ ਪੈਂਦਾ ਹੈ, ਬੱਚਿਆਂ ਦੇ ਉੱਤੇ, ਨੌਜਵਾਨ ਪੀੜ੍ਹੀ ਦੇ ਉੱਤੇ ਜ਼ਰੂਰ ਪੈਂਦਾ ਹੈ। ਸੋ ਫਿਲਮ ਮੇਕਰਸ ਦੀ ਜੋ ਸੋਸ਼ਲ ਰਿਸਪਾਂਸਿਬਿਲਿਟੀ ਹੈ ਕਿ ਉਹ ਕਿਸ ਤਰ੍ਹਾਂ ਦੇ ਥੀਮਸ, ਕਿਸ ਤਰ੍ਹਾਂ ਦੇ ਸਬਜੈਕਟਸ ਲੈਣ, ਉਹਨਾਂ ਨੂੰ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਦਿੱਤਾ ਜਾਵੇ, ਉਸ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਕੇਸ਼ ਬਾਵਾ, ਜੋ ਫਿਲਮ ਸਕਾਲਰ ਨੇ। ਬਹੁਤ ਬਹੁਤ ਸਵਾਗਤ ਰਾਕੇਸ਼ ਜੀ, ਵੈਲਕਮ ਟੂ ਮੁਲਾਕਾਤ। ਥੈਂਕ ਯੂ ਵੈਰੀ ਮਚ ਸਰ। ਸੋ ਅਸੀਂ ਹਮੇਸ਼ਾ ਸਿਨੇਮਾ ਦੇ ਗੁੱਡ ਇੰਪੈਕਟ ਦੀ ਗੱਲ ਕਰਦੇ ਹਾਂ ਕਿ ਸੋਸ਼ਲ ਚੇਂਜ ਲਿਆਉਣ ਦੇ ਵਿੱਚ, ਇੱਕ ਮੂਵਮੈਂਟ ਖੜੀ ਕਰਨ ਦੇ ਵਿੱਚ ਬਹੁਤ ਬੜਾ ਹੱਥ ਹੈ ਸਿਨੇਮਾ ਦਾ, ਜੋ ਕਿ ਇੱਕ ਖਾਸ ਰੋਲ ਹੈ। ਪਰ ਇੱਕ ਬੈਡ ਰੋਲ ਵੀ ਹੈ। ਅਸੀਂ ਕਹਿੰਦੇ ਹਾਂ ਕਿ ਬੁਰਾਈਆਂ ਵੀ ਲੈ ਕੇ ਆਉਂਦਾ ਆਪਣੇ ਨਾਲ, ਕਿਉਂਕਿ ਕਈ ਵਾਰ ਕਮਰਸ਼ੀਅਲਾਈਜ਼ ਕਰ ਦਿੱਤਾ ਜਾਂਦਾ, ਸਬਜੈਕਟ ਨੂੰ ਕਮਰਸ਼ੀਅਲਾਈਜ਼ ਕਰ ਦਿੱਤਾ ਜਾਂਦਾ, ਟ੍ਰੀਟਮੈਂਟ ਨੂੰ, ਕਾਮਰਸ ਨੂੰ ਧਿਆਨ 'ਚ ਰੱਖਦੇ ਹੋਏ, ਫੈਂਟੈਸੀ ਵਰਡ ਨੂੰ ਇਸ ਹੱਦ ਤੱਕ ਲੈ ਜਾਂਦੇ ਹਾਂ ਅਸੀਂ ਕਿ ਸਾਰੀਆਂ ਸੀਮਾਵਾਂ, ਸਾਰੀਆਂ ਮਰਿਆਦਾ ਅਸੀਂ ਭੁੱਲ ਜਾਂਦੇ ਹਾਂ। ਵੀ ਕ੍ਰਾਸ ਦ ਲਿਮਿਟ। ਸੋ ਦੈਟ ਇਜ਼ ਵਾਈ ਕਿ ਆਪਾਂ ਅੱਜ ਇਹ ਡਿਸਕਸ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜੋ ਆਕਰਸ਼ਣ ਰਹਿੰਦਾ ਹੈ ਵੂਮਨ, ਕਈ ਵਾਰ ਕਿਹਾ ਜਾਂਦਾ ਕਿ ਇੱਕ ਸ਼ੋ ਪੀਸ ਨੇ, ਗਲੈਮਰ ਦੇਣ ਵਾਸਤੇ ਫਿਲਮ ਨੂੰ ਉਹਦੇ ਵਿੱਚ ਵੂਮਨ ਨੂੰ ਲਿੱਤਾ ਜਾਂਦਾ ਹੈ, ਚਾਹੇ ਉਹਨਾਂ ਦੇ ਮੇਕਅਪਸ ਹੋਣ, ਚਾਹੇ ਉਹਨਾਂ ਦੀ ਡਰੈਸਿੰਗ ਹੋਵੇ, ਕਿੱਦਾਂ ਪ੍ਰੈਜ਼ੈਂਟ ਕਰਨਾ ਹੈ, ਉਹਨਾਂ ਦੇ ਔਰਨਾਮੈਂਟਸ ਹੋਣ, ਸੋ ਸਾਰਾ ਇਹ ਟ੍ਰੀਟਮੈਂਟ। ਸੋ ਸਭ ਤੋਂ ਪਹਿਲਾਂ ਅਸੀਂ ਵੂਮਨ ਦਾ ਜੋ ਪਿਕਚਰਾਈਜੇਸ਼ਨ ਹੈ ਸਕਰੀਨ ਦੇ ਉੱਤੇ, ਉਹਦੇ ਬਾਰੇ ਗੱਲਬਾਤ ਕਰਾਂਗੇ, ਫਰੋਮ ਪੋਜ਼ਿਟਿਵ ਟੂ ਨੈਗੇਟਿਵ ਇੰਪੈਕਟ। ਯੈਸ ਰਾਕੇਸ਼ ਜੀ। ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੱਕ ਵਾਰ ਫਿਰ ਇੱਥੇ ਸੱਦਾ ਦੇਣ ਲਈ। ਬਹੁਤ ਹੀ ਇੱਕ ਇੰਪੋਰਟੈਂਟ ਤੇ ਵਧੀਆ ਥੀਮ ਤੇ ਜੋ ਹੈ ਅੱਜ ਦੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। ਗੱਲਬਾਤ ਹੁੰਦੀ ਹੈ ਸਿਨੇਮਾ ਦੇ ਪ੍ਰਭਾਵ ਦੀ, ਪੋਜ਼ਿਟਿਵ ਪ੍ਰਭਾਵ ਦੀ ਤੇ ਨੈਗੇਟਿਵ ਪ੍ਰਭਾਵ ਦੀ। ਸਭ ਤੋਂ ਪਹਿਲੀ ਗੱਲ ਤਾਂ ਜੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਮੈਂ ਇਸ ਤੋਂ ਪਹਿਲਾਂ ਕਿ ਉਹਦੇ ਨੈਗੇਟਿਵ ਇੰਪੈਕਟ ਦੀ ਗੱਲ ਕਰਾਂ, ਕਿ ਕੋਈ ਵੀ ਪ੍ਰੋਫੈਸ਼ਨ ਜਿਹੜਾ ਹੈ, ਜੇ ਤਾਂ ਉਹ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਸਮਝ ਰਿਹਾ ਹੈ, ਆਪਣਾ ਸਮਾਜਿਕ ਕਰਤੱਵ ਸਮਝ ਰਿਹਾ ਹੈ ਕੋਈ, ਤਾਂ ਉਹਦਾ ਕੋਈ ਨੈਗੇਟਿਵ ਇੰਪੈਕਟ ਦੇਖਣ ਨੂੰ ਨਹੀਂ ਮਿਲੇਗਾ। ਲੇਕਿਨ ਜਦੋਂ ਉਹਦੇ ਨੈਗੇਟਿਵ ਪ੍ਰਭਾਵ ਸਾਨੂੰ ਵੇਖਣ ਨੂੰ ਮਿਲ ਜਾਂਦੇ ਹੈ ਵਕਤ ਦੇ ਨਾਲ ਨਾਲ, ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਉਸ ਪ੍ਰੋਫੈਸ਼ਨ ਦੇ ਵਿੱਚ ਸੋਸ਼ਲ ਰਿਸਪੌਂਸਿਬਿਲਿਟੀ ਦੀ ਕਮੀ ਆ ਰਹੀ ਹੈ, ਸਮਾਜਿਕ ਕਰਤੱਵ ਦੀ ਕਮੀ ਆ ਰਹੀ ਹੈ। ਹੁਣ ਸਿਨੇਮਾ ਇੱਕ ਐਂਟਰਟੇਨਮੈਂਟ ਦਾ ਮੀਡੀਅਮ ਹੈ ਫਸਟ ਐਂਡ ਫੋਰਮੋਸਟ, ਇਹਦੇ ਵਿੱਚ ਕੋਈ ਵੀ ਸ਼ੱਕ ਦੀ ਗੱਲ ਨਹੀਂ ਹੈ। ਲੇਕਿਨ ਐਂਟਰਟੇਨਮੈਂਟ ਦੇ ਮੀਡੀਅਮ ਦੇ ਹੋਣ ਦੇ ਨਾਲ ਨਾਲ ਇੱਕ ਜਿਹੜਾ ਸਮਾਜਿਕ ਬੋਧ ਤੇ ਸਮਾਜਿਕ ਕਰਤੱਵ ਹੈ, ਇਸ ਨੂੰ ਨਹੀਂ ਭੁੱਲਣਾ ਚਾਹੀਦਾ, ਨਹੀਂ ਤਾਂ ਪ੍ਰੋਬਲਮਸ ਪੈਦਾ ਹੁੰਦੀਆਂ, ਸਮੱਸਿਆਵਾਂ ਪੈਦਾ ਹੁੰਦੀਆਂ। ਤੁਸੀਂ ਵੂਮਨ ਦੀ ਗੱਲ ਕੀਤੀ ਹੈ ਸੰਜੀਵ ਜੀ। ਯੈਸ, ਵੂਮਨ ਦੇ ਸਟੀਰੀਓਟਾਈਪਸ ਜਿਹੜੇ ਹੈ ਉਹ ਵਕਤ ਦੇ ਨਾਲ ਨਾਲ ਬਿਲਕੁਲ ਚੇਂਜ ਹੋਏ ਨੇ। ਵਰਲਡ ਸਿਨੇਮਾ ਦੇ ਵਿੱਚ ਚੇਂਜ ਹੋਏ ਹੈ, ਇੰਡੀਅਨ ਸਿਨੇਮਾ ਦੇ ਵਿੱਚ ਚੇਂਜ ਹੋਏ ਹੈ, ਭਾਰਤ ਦੇ ਵਿੱਚ ਜੋ ਖੇਤਰੀ ਸਿਨੇਮਾ ਬਣ ਰਿਹਾ ਹੈ ਉਹਦੇ ਵਿੱਚ ਵੀ ਚੇਂਜਸ ਆਈਆਂ, ਉਹਦੇ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲਿਆ। ਪਰ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਸੋਸਾਇਟੀ ਦਾ ਜੋ ਪੈਟਰਨ ਹੈ, ਉਹ ਜੋ ਇੰਡੀਆ ਤੋਂ ਬਾਹਰ ਵਰਲਡ ਦੇ ਵਿੱਚ ਹੋ ਸਕਦਾ, ਬਾਕੀ ਦੇਸ਼ਾਂ ਦੇ ਵਿੱਚ ਹੋ ਸਕਦਾ, ਸਾਡਾ ਮਿਲੀਅਨ, ਸਾਡਾ ਕਲਚਰ, ਸਾਡਾ ਵਿਰਸਾ ਜਿਹੜਾ ਹੈ ਉਸ ਤੋਂ ਅਲੱਗ ਹੋ ਸਕਦਾ। ਸੋ ਵਿਮਨ ਨੂੰ ਕਿਵੇਂ ਪੋਰਟਰੇਟ ਕੀਤਾ ਗਿਆ, ਹੋ ਸਕਦਾ ਯੂਰਪ ਦੇ ਫਿਲਮਕਾਰ ਉਹਨੂੰ ਹੋਰ ਐਂਗਲ ਨਾਲ ਵੇਖਦੇ ਹੋਣ ਤੇ ਭਾਰਤ ਦੇ ਫਿਲਮਕਾਰ ਉਸਨੂੰ ਹੋਰ ਐਂਗਲ ਨਾਲ ਵੇਖਦੇ ਹੋਣ, ਤੇ ਇਹ ਚੀਜ਼ ਵੀ ਸਾਨੂੰ ਇੱਥੇ ਦੇਖਣੀ ਪਏਗੀ। ਬੇਸਿਕਲੀ ਇਹ ਚੀਜ਼ ਜਿਹੜੀ ਹੈ ਉਹ ਮੈਟਰ ਕਰ ਜਾਂਦੀ ਹੈ। 50s ਤੋਂ ਲੈ ਕੇ ਜਾਂ 50s ਤੋਂ ਪਹਿਲਾਂ ਤੋਂ ਸ਼ੁਰੂਆਤ ਕਰੀਏ 1913 ਜਦੋਂ ਪਹਿਲੀ ਮੂਵੀ ਆਈ ਹੈ ਰਾਜਾ ਹਰੀਸ਼ ਚੰਦਰ, ਉਸ ਤੋਂ ਆਪਾਂ ਚੱਲਦੇ ਹਾਂ 1957 ਤੱਕ ਆ ਜਾਓ। 1957 ਮੈਂ ਇਸ ਕਰਕੇ ਕਿਹਾ ਕਿਉਂਕਿ ਮਦਰ ਇੰਡੀਆ ਪੂਰਾ ਦਾ ਪੂਰਾ ਆਈਕੋਨਿਕ ਜੋ ਰੋਲ ਹੈ ਉਹ ਵੂਮਨ ਦੇ ਉੱਤੇ ਬੇਸਡ ਹੈ, ਫੀਮੇਲ ਪ੍ਰੋਟੈਗਨਿਸਟ ਹੀ ਹੈ। ਉਸ ਤੋਂ ਬਾਅਦ ਆਪਾਂ 80s ਦੇ ਵਿੱਚ ਆ ਜਾਈਏ ਤੇ 88 ਦੇ ਵਿੱਚ ਇੱਕ ਮੂਵੀ ਆ ਜਾਂਦੀ ਹੈ ਖੂਨ ਭਰੀ ਮਾਂ। ਸੋ 1913 to 1957 to 1988 how the woman has traveled, ਇਹ ਕਿਰਦਾਰ ਜਿਹੜੇ ਨੇ ਵਿਮਨ ਦੇ ਇਹ ਕਿਵੇਂ ਟਰੈਵਲ ਕੀਤੇ ਹੈ, ਇਹ ਇੱਕ ਐਗਜ਼ਾਮਪਲ ਹੀ ਮੈਂ ਦਿੱਤੀ ਹੈ ਸਿਰਫ ਕਿ ਕਿਸ ਪ੍ਰਕਾਰ ਇਹ 30 ਸਾਲਾਂ ਦੇ ਦਹਾਕੇ, 20 ਸਾਲਾਂ ਦੇ ਦਹਾਕਿਆਂ ਦੇ ਵਿੱਚ ਵਿਮਨ ਦਾ ਪੋਰਟਰੇਟ ਚੇਂਜ ਹੋਇਆ ਜੀ। ਪਹਿਲਾਂ ਇੱਕ ਪੈਸਿਵ ਵਾਈਫ ਦੇ ਰੂਪ ਵਿੱਚ ਦਿਖਾ ਰਹੇ ਹੈ, ਜੋ ਕਿ ਐਕਸਪੈਕਟ ਕੀਤਾ ਜਾਂਦਾ ਸੀਗਾ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ। ਉਸ ਤੋਂ ਬਾਅਦ 1957 ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਇੱਕ ਹੀਰੋਇਕ ਮਦਰ
ਦੇ ਰੂਪ ਦੇ ਵਿੱਚ ਵੂਮਨ ਸਾਡੇ ਸਾਹਮਣੇ ਆ ਰਹੀ ਹੈ। ਨਰਗਿਸ ਜੀ ਨੇ ਇੱਕ ਬਹੁਤ ਹੀ ਬਖੂਬੀ ਇਸ ਕਿਰਦਾਰ ਨੂੰ ਨਿਭਾਇਆ ਤੇ 1988 ਦੇ ਵਿੱਚ ਇੱਕ ਰਿਵੈਂਜਫੁਲ ਵੂਮਨ ਸਾਨੂੰ ਨਜ਼ਰ ਆ ਰਹੀ ਹੈ ਖੂਨ ਭਰੀ ਮਾਂਗ ਦੇ ਵਿੱਚ, ਜੋ ਆਪ ਬਦਲਾ ਲੈਣਾ ਜਾਣਦੀ ਹੈ, ਜੋ ਰਿਵੈਂਜ ਲੈਣਾ ਜਾਣਦੀ ਹੈ, ਜਿਸਨੇ ਉਸਨੂੰ ਵਿਕਟਿਮਾਈਜ਼ ਕੀਤਾ ਹੈ, ਉਹ ਚੁੱਪ ਨਹੀਂ ਬੈਠ ਰਹੀ ਹੈ। ਸੋ ਚੁੱਪ ਬੈਠਣ ਤੋਂ ਲੈ ਕੇ ਚੁੱਪ ਨਾ ਬੈਠਣ ਤੱਕ, ਰਿਵੈਂਜ ਤੱਕ, ਇਹ ਰੋਲ ਚੇਂਜ ਹੋਇਆ, ਇਹ ਕਿਰਦਾਰ ਕਿਤੇ ਨਾ ਕਿਤੇ ਚੇਂਜ ਹੋ ਰਿਹਾ ਹੈ। ਜਦੋਂ ਇਹ ਕਿਰਦਾਰ ਚੇਂਜ ਹੁੰਦਾ ਹੈ ਤਾਂ ਉਹਦਾ ਪ੍ਰਭਾਵ ਵੀ ਚੇਂਜ ਹੁੰਦਾ ਹੈ, ਉਹਦਾ ਇੰਪੈਕਟ ਵੀ ਜਿਹੜਾ ਹੈ ਉਹ ਬਦਲਦਾ ਹੈ ਸੋਸਾਇਟੀ ਦੇ ਉੱਤੇ, ਯੂਥ ਦੇ ਉੱਤੇ। ਹੁਣ ਇਹਨੂੰ ਅਸੀਂ ਨੈਗੇਟਿਵ ਲਈਏ ਜਾਂ ਪੋਜ਼ਿਟਿਵ ਲਈਏ, ਇਹ ਡਿਪੈਂਡ ਕਰੇਗਾ ਸਾਡੇ ਨਜ਼ਰੀਏ ਤੇ, ਫਿਲਮਕਾਰ ਦੇ ਨਜ਼ਰੀਏ ਤੇ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਦੋਂ ਵੂਮਨ ਦੇ ਨਾਲ ਰਿਲੇਟਿਡ ਵਾਇਲੈਂਸ ਜਾਂ ਰਿਵੈਂਜ ਦੀ ਗੱਲ ਫਿਲਮਕਾਰ ਦਿਖਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਨੂੰ ਅਸੀਂ ਕਦੀ ਵੀ ਪੋਜ਼ਿਟਿਵ ਇੰਪੈਕਟ ਨਹੀਂ ਕਹਿ ਸਕਦੇ, ਉਹ ਕਿਤੇ ਨਾ ਕਿਤੇ ਨੈਗੇਟਿਵ ਇੰਪੈਕਟ ਹੀ ਪੈ ਰਿਹਾ ਹੈ। ਰਿਵੈਂਜ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਹੈ। ਅੱਗੇ ਜਾਂਦੇ ਹਾਂ ਆਪਾਂ 1980 ਦੇ ਦਹਾਕੇ ਤੋਂ ਲੈ ਕੇ 2000 ਤੱਕ ਪਹੁੰਚ ਜਾਈਏ, ਉੱਥੇ ਤੱਕ ਚੱਲ ਪਈਏ ਤਾਂ ਆਪਾਂ ਦੇਖਦੇ ਹਾਂ ਕਿ ਮੈਂ ਇੱਕ ਟਰਮ ਯੂਜ਼ ਕਰਨਾ ਚਾਹੂੰਗਾ ਇੱਥੇ, ਹਾਈਪਰ ਮੈਸਕੁਲਿਨਿਟੀ, ਕਿ ਜੋ ਕਿਰਦਾਰ ਮੈਨ ਦੇ ਹੈਗੇ ਆ ਮੂਵੀਜ਼ ਦੇ ਵਿੱਚ, ਵਰਲਡ ਸਿਨੇਮਾ ਵਿੱਚ ਵੀ ਓਵਰਆਲ, ਉਹਨਾਂ ਨੂੰ ਕਿਤੇ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। The movies are all about men action। ਠੀਕ ਹੈ, ਫੀਮੇਲ ਪ੍ਰੋਟੈਗਨਿਸਟ ਜਿਹੜਾ ਹੈ ਉਹ ਇੱਕ ਟੋਕਨ ਦੀ ਤਰ੍ਹਾਂ ਸਾਨੂੰ ਇਹਨਾਂ ਮੂਵੀਜ਼ ਦੇ ਵਿੱਚ ਨਜ਼ਰ ਆਉਂਦਾ ਓਵਰਆਲ, ਕਿਉਂਕਿ ਗੱਲ ਓਵਰਆਲ ਹੋ ਰਹੀ ਹੈ। ਵਿੱਚ ਜਿਹੜੇ ਅਪਵਾਦ ਹੈਗੇ ਹੈ, ਐਕਸੈਪਸ਼ਨਸ ਹੈਗੀਆਂ, ਉਹ ਜ਼ਰੂਰ ਨਜ਼ਰ ਆਉਂਦੀਆਂ, ਉਹ ਹਮੇਸ਼ਾ ਨਜ਼ਰ ਆਈਆਂ, ਉਹ ਹਰ ਦਹਾਕੇ ਵਿੱਚ ਨਜ਼ਰ ਆਈਆਂ, ਲੇਕਿਨ ਓਵਰਆਲ ਸਿਨੈਰੀਓ ਕੀ ਹੈ ਮੂਵੀਜ਼ ਦਾ, ਉਹਦੀ ਗੱਲ ਹੋ ਰਹੀ ਹੈ ਕਿ ਫੀਮੇਲ ਪ੍ਰੋਟੈਗਨਿਸਟ ਜਿਹੜਾ ਹੈ ਉਹ ਸਿਰਫ ਇੱਕ ਟੋਕਨ ਅਮਾਉਂਟ ਦੇ ਵਿੱਚ, ਟੋਕਨ ਦੇ ਵਿੱਚ ਚੇਂਜ ਹੋ ਰਿਹਾ ਬੇਸਿਕਲੀ। 1990 ਦੇ ਦਹਾਕੇ ਨੂੰ ਮੈਂ ਇਸ ਐਂਗਲ ਤੋਂ ਮੈਂ ਕਹਿੰਦਾ ਕਿ ਬਹੁਤ ਹੀ ਬਦਤਰ ਜਿਹੜਾ ਹੈ ਉਹ ਸਿਨੇਮਾ ਦੇ ਵਿੱਚ ਜਿਹੜਾ ਹੈ ਦਹਾਕਾ ਰਿਹਾ ਹੈ ਬੇਸਿਕਲੀ 1990s ਫਾਰਵਰਡ। ਮੈਲੋਡੀ ਨੇ ਜ਼ਰੂਰ ਰੂਲ ਕੀਤਾ, ਮਿਊਜ਼ਿਕ ਨੇ ਜ਼ਰੂਰ ਰੂਲ ਕੀਤਾ, ਬਟ ਇਨ ਦਾ ਨੇਮ ਆਫ ਕੰਟੈਂਟ ਦੀ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਿਸਿੰਗ ਸੀਗਾ ਤੇ ਕਿਤੇ ਨਾ ਕਿਤੇ ਉਹ ਵੂਮਨ ਓਰੀਐਂਟਡ ਜੋ ਕਿਰਦਾਰ ਚੇਂਜ ਹੋਏ ਹੈ, ਵਲਗੈਰਿਟੀ ਆਈ ਹੈ, ਉਹ ਇਹਨਾਂ ਤੋਂ ਹੀ ਬਾਤ ਆਈ ਹੈ ਬੇਸਿਕਲੀ। ਕੁਛ ਅਪਵਾਦ, ਦੁਸ਼ਮਨ मूवी है, दमन मूवी है ਜੀ, ਬਹੁਤ ਨਜ਼ਰ ਆਉਂਦੇ ਜੀ। ਯਾ ਇਹ ਤਾਂ ਹੋਇਆ ਕਿ ਵੂਮਨ ਨੂੰ ਤੁਸੀਂ ਕਿਸ ਕਿਰਦਾਰ ਦੇ ਵਿੱਚ ਦਿਖਾਓਗੇ ਔਰ ਉਹਦੀ ਪਿਕਚਰਾਈਜੇਸ਼ਨ ਕਿਸ ਤਰ੍ਹਾਂ ਕਰੋਗੇ। ਤੁਸੀਂ ਇੱਕ ਵਰਡ ਯੂਜ਼ ਕੀਤਾ ਹੈ ਵਲਗੈਰਿਟੀ, ਉਹਦੇ 'ਚ ਆਈ ਹੈ, ਡੈਫੀਨੇਟਲੀ ਵਲਗੈਰਿਟੀ ਆਈ ਹੈ। ਕਈ ਵਾਰ ਡਾਇਲੋਗਸ ਬੜੇ ਅਜੀਬ ਡਬਲ ਮੀਨਿੰਗ ਡਾਇਲੋਗਸ ਯੂਜ਼ ਕੀਤੇ ਜਾਂਦੇ ਨੇ। ਕਈ ਵਾਰ ਪਿਕਚਰਾਈਜ਼ ਐਂਡ ਡਰੈਸਿੰਗ ਸੈਂਸ ਬਿਲਕੁਲ ਸਟੂਪਿਡ ਲੱਗਦਾ ਕਿ ਕਿੱਦਾਂ ਦੀਆਂ ਡਰੈਸਿਸ ਪਵਾਈਆਂ ਹੋਈਆਂ ਨੇ, ਬੜਾ ਅਜੀਬ ਲੱਗਦਾ। ਖੈਰ ਕਿਹਾ ਜਾਂਦਾ ਕਿ ਇਹ ਕ੍ਰੀਏਟਿਵ ਲਿਬਰਟੀ ਲਿੱਤੀ ਜਾ ਰਹੀ ਹੈ ਔਰ ਪ੍ਰੈਜੈਂਟੇਸ਼ਨ ਵਾਸਤੇ ਸਾਨੂੰ ਲਿਬਰਟੀ ਚਾਹੀਦੀ ਹੈ ਔਰ ਕਰੈਕਟਰ ਦੀ ਡਿਮਾਂਡ ਹੈ, ਸਟੋਰੀ ਦੀ ਡਿਮਾਂਡ ਹੈ। ਕੁਝ ਵੀ ਕ੍ਰੀਏਟੀਵਿਟੀ ਦੇ ਨਾਂ 'ਤੇ ਕੁਝ ਵੀ ਦਿਖਾਉਂਦੇ ਨੇ, ਜਸਟ ਜਿਹਨੂੰ ਆਪਾਂ ਕਹਾਂਗੇ ਕਿ ਬਜ਼ੁਰਗਾਂ ਦੀ ਭਾਸ਼ਾ 'ਚ ਸਟੂਪਿਡ। ਸੋ ਉਹ ਵੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਔਰ ਉਹਦਾ ਇੰਪੈਕਟ ਯੰਗ ਮਾਈਂਡਸ ਦੇ ਉੱਤੇ, ਬੱਚਿਆਂ ਦੇ ਉੱਤੇ ਉਹਦਾ ਪੈਂਦਾ ਹੈ, ਫੈਮਲੀਜ਼ ਦੇ ਉੱਤੇ ਉਹਦਾ ਅਸਰ ਪੈਂਦਾ ਹੈ। ਸਮਟਾਈਮਜ਼ ਆਪਾਂ ਮਤਲਬ ਜੇ ਘਰ ਦੇ ਵਿੱਚ ਫਿਲਮ ਦੇਖ ਲਈ ਹੋਈਏ ਕਿ ਸਾਡਾ ਸਿਰ ਝੁਕ ਜਾਂਦਾ ਹੈ, ਅਸੀਂ ਉਹ ਫਿਲਮ ਸ਼ਫਲ ਕਰ ਦਿੰਦੇ ਹਾਂ ਚੈਨਲ ਨੂੰ, ਕਈ ਵਾਰ ਇਹ ਹੁੰਦਾ ਹੈ। ਔਰ ਜਦੋਂ ਅਸੀਂ ਥੀਏਟਰ 'ਚ ਫਿਲਮ ਦੇਖਦੇ ਹੁੰਦੇ ਹਾਂ ਤਾਂ ਉਦੋਂ ਵੀ ਸ਼ਰਮਿੰਦਗੀ ਕਈ ਵਾਰ ਮਹਿਸੂਸ ਹੁੰਦੀ ਹੈ ਔਰ ਕਈ ਸੀਨਸ ਇੱਦਾਂ ਦੇ ਹੁੰਦੇ ਨੇ ਜਿਹੜੇ ਬਿਲਕੁਲ ਵੀ ਅਜੀਬ ਲੱਗਦੇ ਨੇ ਕਿ ਕਿਸ ਤਰ੍ਹਾਂ ਦੀ ਪਿਕਚਰਾਈਜੇਸ਼ਨ ਹੈ, ਕੀ ਸੋਚ ਕੇ ਇਹ ਚੀਜ਼ ਫਿਲਮ ਆਈ ਗਈ ਹੈ ਔਰ ਇਹ ਫਿਲਮ ਦਾ ਹਿੱਸਾ ਕਿੱਥੋਂ ਹੋ ਸਕਦੀ ਹੈ, ਕਹਾਣੀ ਦਾ ਹਿੱਸਾ ਕਿੱਥੋਂ ਹੋ ਸਕਦੀ ਹੈ। ਕੋਈ ਚੀਜ਼ ਸੁਜੈਸਟਿਵ ਵੀ ਹੋ ਸਕਦੀ ਹੈ, ਕੋਈ ਚੀਜ਼ ਸੰਕੇਤ ਦੇ ਵਿੱਚ ਵੀ ਦਿਖਾਈ ਜਾ ਸਕਦੀ ਹੈ, ਜਾਂ ਸੁਜੈਸਟਿਵ ਹੋ ਸਕਦੀ ਹੈ, ਬਟ ਉਹਨੂੰ ਐਕਚੁਅਲਿਟੀ ਦਿਖਾਉਣ ਦੇ ਚੱਕਰ ਦੇ ਵਿੱਚ, ਰਿਐਲਿਟੀ ਦਿਖਾਉਣ ਦੇ ਚੱਕਰ ਦੇ ਵਿੱਚ ਸਾਰੀਆਂ ਮਰਿਆਦਾ ਲੰਘ ਜਾਂਦੇ ਨੇ। ਦੈਟ ਇਜ਼ ਅਟਰ ਨੌਨਸੈਂਸ ਕਈ ਵਾਰ ਲੱਗਦਾ ਹੈ। ਜੋ ਬਜ਼ੁਰਗ ਇਹ ਸਮਝਦੇ ਨੇ, ਅਸੀਂ ਸਾਰੇ ਇਹ ਸਮਝਦੇ ਹਾਂ ਕਿਉਂਕਿ ਅਸੀਂ ਜਿਸ ਇੰਡੀਅਨ ਫੈਬਰਿਕ ਦੇ ਵਿੱਚ ਪਲੇ ਹਾਂ, ਵੱਡੇ ਹੋਏ ਹਾਂ, ਜੰਮੇ ਹਾਂ, ਉਹ ਫੈਬਰਿਕ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਬਲਕਿ ਕਿਹਾ ਜਾਂਦਾ ਕਿ ਜਿਹੜਾ ਕਲਚਰ ਅਸੀਂ ਦਿਖਾਉਂਦੇ ਹਾਂ ਨਾ ਸਕਰੀਨਸ ਦੇ ਉੱਤੇ ਅੱਜ ਕੱਲ੍ਹ, ਉਹ ਕਿਸੇ ਵੀ ਦੇਸ਼ ਦਾ ਕਲਚਰ ਨਹੀਂ ਹੈ। ਉਹ ਸਿਰਫ ਮਾਰਕੀਟਿੰਗ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਨਾ, ਮਾਰਕੀਟਿੰਗ ਐਕਸਪਰਟਸ ਨੇ, ਜੋ ਕਲਚਰ ਡਿਜ਼ਾਈਨਰਸ ਬੈਠੇ ਹੋਏ ਨੇ ਆਪਣੀਆਂ ਪ੍ਰੋਡਕਟਸ ਨੂੰ ਵੇਚਣ ਵਾਸਤੇ, ਆਪਣੀਆਂ ਸਰਵਿਸਿਜ਼ ਨੂੰ ਵੇਚਣ ਵਾਸਤੇ, ਜਿਹੜੇ ਕਲਚਰ ਡਿਜ਼ਾਈਨਰਸ ਬੈਠੇ ਹੋਏ ਨੇ ਜੋ ਬੇਸਿਕਲੀ ਮਾਰਕੀਟਿੰਗ ਤੋਂ ਨੇ। ਉਹ ਇੱਦਾਂ ਦੇ ਸੀਨ ਡਿਜ਼ਾਈਨ ਕਰਵਾਉਣਗੇ, ਇੱਦਾਂ ਦੀ ਸਟੋਰੀ ਦੇ ਵਿੱਚ ਸਿਚੁਏਸ਼ਨਸ ਡਿਜ਼ਾਈਨ ਕਰਵਾਉਣਗੇ ਜਿੱਥੇ ਉਹ ਆਪਣੀ ਪ੍ਰੋਡਕਟ ਪਲੇਸਮੈਂਟ ਕਰ ਸਕਣ, ਜਿੱਥੇ ਉਹ ਸਰਵਿਸਿਜ਼ ਨੂੰ ਆਪਣੀ ਨੂੰ ਵੇਚ ਸਕਣ। ਟੋਟਲ ਇਹ ਇੱਕ ਮਤਲਬ
ਸੇਲਸਮੈਨ ਵਾਲੀ ਗੱਲ ਬਣਾ ਕੇ ਰੱਖ ਦਿੱਤੀ ਹੈ ਇਹਨਾਂ ਕਲਚਰਲ ਡਿਜ਼ਾਈਨਰਸ ਨੇ। ਇਹ ਕਿਸੇ ਵੀ ਕੰਟਰੀ ਦਾ ਕਲਚਰ ਨਹੀਂ ਹੈ ਜਿਹੜਾ ਇਹ ਸਕਰੀਨਸ ਦੇ ਉੱਤੇ ਦਿਖਾਉਂਦੇ ਨੇ। ਇੱਕ ਕ੍ਰੈਸ਼ ਐਂਟਰਟੇਨਮੈਂਟ ਮੈਂ ਇਹਨੂੰ ਕਹਿ ਸਕਦਾ ਹਾਂ। ਯੈਸ, ਔਰ ਐਵੇਂ ਕਿਹਾ ਜਾਂਦਾ ਹੈ ਕਿ ਵੈਸਟਰਨ ਕਲਚਰ ਹੈ, ਵੈਸਟਰਨ ਕਲਚਰ। ਇਟ ਇਜ਼ ਨਾਟ ਵੈਸਟਰਨ ਕਲਚਰ ਐਟ ਆਲ। ਵੈਸਟਰਨ ਕਲਚਰ ਬਹੁਤ ਵਧੀਆ, ਬਹੁਤ ਮਹਾਨ ਕਲਚਰ ਹੈ ਵੈਸਟਰਨ ਕਲਚਰ। ਕਦੀ ਜੋ ਵੈਸਟਰਨ ਰਾਈਟਰਸ ਨੂੰ ਪੜ੍ਹ ਕੇ ਦੇਖੋ, ਜੋ ਐਕਚੁਅਲ ਰਾਈਟਰਸ ਨੇ, ਕਦੀ ਉਹਨਾਂ ਦਾ ਕਲਚਰ ਦੇਖੋ, ਦੈਟ ਇਜ਼ ਫੈਬੂਲਸ, ਮਾਰਵਲਸ ਕਲਚਰ ਹੈ ਵੈਸਟਰਨ ਕਲਚਰ। ਲੇਕਿਨ ਇਹ ਸਿਰਫ ਜਿਹੜੇ ਮਾਰਕੀਟਿੰਗ ਕਰਨ ਵਾਲੇ ਨੇ ਨਾ, ਉਹ ਵਲਗੈਰਿਟੀ ਲੈ ਕੇ ਆਉਂਦੇ ਨੇ। ਵਲਗੈਰਿਟੀ ਕਿਸੇ ਵੀ ਕਲਚਰ ਦਾ ਹਿੱਸਾ ਨਹੀਂ ਹੁੰਦੀ। ਨੌਨਸੈਂਸ, ਸਟੂਪਿਡਿਟੀ ਕਿਸੇ ਵੀ ਕਲਚਰ ਦਾ ਹਿੱਸਾ ਨਹੀਂ ਹੁੰਦੀ, ਕਿਉਂਕਿ ਸਾਰੇ ਪੁਰਖੇ, ਸਾਰੇ ਬਜ਼ੁਰਗ ਸਿਆਣੇ ਨੇ ਔਰ ਬੜਾ ਸੋਚ ਸਮਝ ਕੇ ਉਹਨਾਂ ਨੇ ਕਲਚਰ ਬਣਾਇਆ ਹੈ। ਸੋ ਕਈ ਵਾਰ ਕਿਹਾ ਜਾਂਦਾ ਕਿ ਲੋਕਾਂ ਦੀ ਡਿਮਾਂਡ ਹੈ ਜੀ, ਡਿਮਾਂਡ ਦੇ ਉੱਤੇ ਅਸੀਂ ਸਪਲਾਈ ਕਰਦੇ ਹਾਂ। ਕੌਣ ਡਿਮਾਂਡ ਕਰਦਾ ਇਦਾਂ ਦੀ? ਕੋਈ ਵੀ ਨਹੀਂ ਕਰਦਾ। ਇਹ ਸਿਰਫ ਫਿਲਮ ਮੇਕਰਸ ਨੂੰ ਲੱਗਦਾ ਕਿ ਇਦਾਂ ਦੀ ਡਿਮਾਂਡ ਹੈ ਤੇ ਉਹ ਉਹਦੀ ਸਪਲਾਈ ਕਰਦੇ ਪਏ ਨੇ। ਐਕਚੁਅਲੀ ਉਹ ਖੁਦ ਇਦਾਂ ਦਾ ਸਿਨੇਮਾ ਕ੍ਰੀਏਟ ਕਰਨਾ ਚਾਹੁੰਦੇ ਨੇ ਜੋ ਲੋਕਾਂ ਦੇ ਵਿੱਚ ਵਲਗੈਰਿਟੀ ਲੈ ਕੇ ਆਵੇ ਔਰ ਇਹਨਾਂ ਦਾ ਸੇਲ ਵਧੇ। ਇਹ ਸੋਚਦੇ ਨੇ ਕਿ ਇਸ ਤਰ੍ਹਾਂ ਹੀ ਫਿਲਮ ਚੱਲੇਗੀ, ਸ਼ਾਇਦ ਵੀਵਰਸ਼ਿਪ ਵੱਧ ਜਾਏਗੀ। ਇਹ ਇਹਨਾਂ ਦੀ ਸੋਚ ਹੈ, ਲੋਕਾਂ ਦੀ, ਦਰਸ਼ਕਾਂ ਦੀ ਇਹ ਸੋਚ ਨਹੀਂ, ਕਿਉਂਕਿ ਸਭ ਨੇ ਆਪਣੇ ਫੈਮਿਲੀ 'ਚ ਰਹਿਣਾ ਹੈ। ਫੈਮਿਲੀ ਮੈਨ ਦੀ ਕਦੀ ਇਹ ਸੋਚ ਨਹੀਂ ਹੋ ਸਕਦੀ, ਫੈਮਿਲੀ ਵੂਮਨ ਦੀ ਕਦੀ ਇਹ ਸੋਚ ਨਹੀਂ ਹੋ ਸਕਦੀ। ਸਰ ਐਕਚੁਅਲੀ ਯੈਸ, ਫਿਲਮਕਾਰ ਘੱਟ ਰਹਿ ਗਏ ਨੇ ਤੇ ਬਿਜ਼ਨਸਮੈਨ ਜ਼ਿਆਦਾ ਬਣ ਗਏ ਨੇ। ਫਿਲਮਕਾਰ ਨੂੰ ਅਸੀਂ ਫਿਲਮਕਾਰ ਨਾ ਸਮਝੋ। ਜਿਹੜਾ ਅੱਜ ਦਾ ਫਿਲਮਕਾਰ ਹੈ ਉਹ ਫਿਲਮਕਾਰ ਕਿਤੇ ਨਾ ਕਿਤੇ ਰਿਹਾ ਨਹੀਂ। ਇਹ ਚੀਜ਼ ਆ ਗਈ। ਯੈਸ, ਨਾਓ ਵਾਟ ਅਬਾਊਟ ਆਈਟਮ ਸੌਂਗਸ? ਆਈਟਮ ਸੌਂਗਸ ਦੇ ਨਾਂ ਦੇ ਉੱਤੇ ਤੇ ਬਹੁਤ ਕੁਝ ਹੋ ਰਿਹਾ ਹੈ। ਅਜੀਬ ਜੀ ਵਰਡਿੰਗ, ਅਜੀਬ ਜਿਹਾ ਮਿਊਜ਼ਿਕ, ਅਜੀਬ ਜੇ ਡਾਂਸਿੰਗ ਸਟੈਪਸ, ਉਹਦੇ 'ਚ ਵੀ ਕਈ ਵਾਰ ਵਲਗੈਰਿਟੀ ਦੇਖਣ ਨੂੰ ਮਿਲਦੀ ਹੈ ਐਂਡ ਯੂਥ ਉੱਤੇ ਔਰ ਚਿਲਡਰਨ ਦੇ ਉੱਤੇ, ਉਹਨਾਂ ਦੇ ਮਨ ਦੇ ਉੱਤੇ ਇਹਦਾ ਬੁਰਾ ਪ੍ਰਭਾਵ ਪੈਂਦਾ ਹੈ। ਯੈਸ ਰਾਕੇਸ਼ ਜੀ। ਜਦੋਂ ਆਪਾਂ, ਮੈਂ ਫਿਰ ਤੁਹਾਨੂੰ ਹਿਸਟੋਰੀਕਲ ਬੈਕਗ੍ਰਾਉਂਡ 'ਚ ਲੈ ਕੇ ਜਾਣਾ ਚਾਹੁੰਦਾ, ਖਾਸ ਕਰ ਇੰਡੀਅਨ ਸਿਨੇਮਾ ਦੀ, ਕਿ 50s ਤੇ 60s ਦੇ ਵਿੱਚ ਵੀ ਅਸੀਂ ਜਦੋਂ ਵੇਖਦੇ ਸੀਗੇ ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਬਹੁਤ ਹੀ ਰਿਫਾਈਨਡ ਤਰੀਕੇ ਦੇ ਨਾਲ ਕੋਈ ਡਾਂਸ ਆਈਟਮ ਜਿਹੜੀ ਹੈ ਉਹ ਮੂਵੀ ਦੇ ਵਿੱਚ ਪਾਈ ਜਾਂਦੀ ਸੀ, ਬਟ ਵਿਦ ਅ ਵੈਰੀ ਮੈਲੋਡੀਅਸ ਮਿਊਜ਼ਿਕ। ਤੇ ਉਹਦਾ ਸੈਟਅਪ ਜ਼ਰੂਰ ਹੁੰਦਾ ਸੀਗਾ, ਉਹਦਾ ਕਿਤੇ ਨਾ ਕਿਤੇ ਕੰਟੈਕਸਟ ਜ਼ਰੂਰ ਹੁੰਦਾ ਸੀਗਾ ਜੀ। ਜਾਂ ਤਾਂ ਕੋਈ ਬਾਹਰ ਦਿਖਾ ਦਿੱਤੀ ਜਾਏਗੀ, ਜਾਂ ਕੋਈ ਡਾਂਸਿੰਗ ਪਲੇਸ ਦਿਖਾਈ ਜਾਏਗੀ, ਜਾਂ ਕਿਤੇ ਪਬਲਿਕ ਪਲੇਸ ਦੇ ਵਿੱਚ ਕੋਈ ਪਿਕਨਿਕ ਸਪੌਟ ਤੇ ਉਹ ਜਿਹੜਾ ਹੈ ਸੌਂਗ ਚੱਲ ਰਿਹਾ ਹੋਏਗਾ। ਕੰਟੈਕਸਟ ਜ਼ਰੂਰ ਹੁੰਦਾ ਸੀਗਾ। ਲੇਕਿਨ ਗੱਲ ਇਹ ਹੈ ਕਿ ਉਸ ਤੋਂ ਜਦੋਂ ਆਪਾਂ ਟਰੈਵਲ ਕਰਦੇ ਹਾਂ, ਅੱਜ ਦੀ ਡੇਟ ਤੱਕ ਪਹੁੰਚ ਜਾਂਦੇ ਹਾਂ, 1990, 2000 ਜਾਂ ਅੱਜ ਦੀ ਗੱਲ ਕਰੀਏ, ਤਾਂ ਜੋ ਵੀ ਅਜਿਹਾ ਸੌਂਗ ਵਿੱਚ ਜ਼ਬਰਦਸਤੀ ਪਾਇਆ ਜਾਂਦਾ ਹੈ, ਡਾਂਸ ਆਈਟਮ ਵਿੱਚ ਪਾਈ ਜਾਂਦੀ ਹੈ, ਉਹਦਾ ਕੋਈ ਕੰਟੈਕਸਟ ਨਹੀਂ। ਸਟੋਰੀ ਲਾਈਨ ਚੱਲ ਰਹੀ ਹੁੰਦੀ ਹੈ, ਮੂਵੀ ਚੱਲ ਰਹੀ ਹੈ, ਠੀਕ ਹੈ, ਤੇ ਕੁਝ ਦੇਰ ਬਾਅਦ ਤੁਹਾਨੂੰ ਕਿਤੋਂ ਨਾ ਕਿਤੋਂ ਵੀ ਉਹ ਚੀਜ਼ ਜਿਹੜੀ ਹੈ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਂਦੀ ਹੈ ਜਿਹਦਾ ਉਸ ਮੂਵੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਤੇ ਜਦੋਂ ਪੁਰਾਣੀ ਮੂਵੀਜ਼ ਆਪਾਂ ਦੇਖਦੇ ਹਾਂ 50s ਤੇ 60s ਦੀਆਂ, ਚਲੋ ਕੁਝ 70s ਤੱਕ, 75 ਤੱਕ ਵੀ ਆਪਾਂ ਉਹਨੂੰ ਲੈ ਲਈਏ, ਤਾਂ ਅਜਿਹੇ ਆਈਟਮ ਸੌਂਗਸ ਜਾਂ ਡਾਂਸਿਸ ਜਿਹੜੇ ਬੇਸਿਕਲੀ ਹੈਗੇ ਆ, ਉਹਨਾਂ ਵਿੱਚ ਵੀ ਕਲਾਸੀਕਲ ਡਾਂਸ ਜਾਂ ਜਿਹੜੇ ਸਟੈਪਸ ਨੇ ਉਹ ਕਿਤੇ ਨਾ ਕਿਤੇ ਵੈਸਟਰਨ ਕਲਾਸੀਕਲ ਡਾਂਸ ਤੋਂ ਕੋਈ ਨਾ ਕੋਈ ਡਾਂਸ ਫਾਰਮ ਤੋਂ ਲੈ ਜਾਂਦੇ ਸੀ ਜੀ। ਬਟ ਵੈਨ ਯੂ ਸੀ ਟੁਡੇ ਤਾਂ ਉਹਦਾ ਕੋਈ ਵੀ ਸਿਰ, ਕੋਈ ਵੀ ਪੈਰ ਨਜ਼ਰ ਨਹੀਂ ਆਉਂਦਾ। ਇਟ ਇਜ਼ ਜਸਟ ਸ਼ੇਕਿੰਗ ਯੂਰ ਲੈਗਸ ਐਂਡ ਆਰਮਸ। ਤੇ ਉਹਦਾ ਇੰਪੈਕਟ ਕੀ ਪੈਂਦਾ? ਉਹਦਾ ਇੰਪੈਕਟ ਬਹੁਤ ਜ਼ਿਆਦਾ ਪੈਂਦਾ ਹੈ, ਕਿਉਂਕਿ ਜਦੋਂ ਵੀ ਕੋਈ ਫੰਕਸ਼ਨ ਸਕੂਲਸ ਦੇ ਵਿੱਚ ਹੋ ਰਿਹਾ, ਜਦੋਂ ਵੀ ਫੰਕਸ਼ਨ ਕਾਲਜਿਸ ਦੇ ਵਿੱਚ ਹੋ ਰਿਹਾ, ਕੋਈ ਫੇਅਰਵੈਲ ਪਾਰਟੀਜ਼ ਹੁੰਦੀਆਂ ਨੇ ਜਾਂ ਹੋਰ ਕੋਈ ਫੰਕਸ਼ਨ ਹੁੰਦਾ, ਜਦੋਂ ਕੋਈ ਫੰਕਸ਼ਨ ਪਬਲਿਕ ਪਲੇਸਿਸ ਤੇ ਹੋ ਰਿਹਾ ਹੈ, then these item songs rule the roost। ਇਹ ਰੂਲ ਕਰਦੇ ਨੇ, ਇਹ ਰਾਜ ਕਰਦੇ ਨੇ। ਜਿੰਨਾ ਜ਼ਿਆਦਾ ਤੁਹਾਡੇ ਕੰਨਾਂ ਵਿੱਚ ਪਏਗਾ, ਉਹਨਾਂ ਜ਼ਿਆਦਾ ਤੁਹਾਡੇ ਕੰਨ ਇਹਨਾਂ ਸੌਂਗਸ ਨੂੰ ਸੁਣਨ ਦੇ ਆਦੀ ਹੋਣਗੇ, ਤਾਂ ਉਹਨਾਂ ਜ਼ਿਆਦਾ ਹੀ ਇਹ ਪਬਲਿਕ ਪਲੇਸਿਸ ਦੇ ਵਿੱਚ ਯੂਜ਼ ਹੋਏਗਾ ਤੇ ਉਹਨਾਂ ਜ਼ਿਆਦਾ ਹੀ ਇਹਦਾ ਪ੍ਰਭਾਵ, ਨੈਗੇਟਿਵ ਪ੍ਰਭਾਵ ਜਿਹੜਾ ਹੈ ਉਹ ਯੂਥ ਤੇ ਪਏਗਾ। It is more seen in some original cinema, you can say Oriya or Bhojpuri cinema। This phenomenon is more than Hindi cinema, लेकिन हिंदी सिनेमा भी घट नहीं रहा, ठीक है। हिंदी सिनेमा च भी ये चीज ਜਿਹੜੀ ਹੈ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਭਰੀ ਜਾ ਰਹੀ ਹੈ। ਤੇ ਇਹ ਸਿਰਫ ਕੁਝ ਵੀ ਨਹੀਂ ਹੈ, ਕੋਈ ਇਹਦਾ ਸਿਰ ਪੈਰ ਨਹੀਂ ਹੈ। ਜਸਟ ਟੂ ਟਿਟੀਲੇਟ ਦਾ ਮਾਸਸ ਇਸ ਚੀਜ਼ ਨੂੰ ਪਾਇਆ ਜਾਂਦਾ ਹੈ, ਜਸਟ ਟੂ ਇਨਕਰੀਜ਼ ਦਾ ਫੁੱਟਫਾਲ ਇਨ ਦਾ ਸਿਨੇਮਾ। ਇਹ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਜਿਹੜੀ ਹੈ ਫਿਲਮਕਾਰ ਭੁੱਲ ਜਾਂਦੇ ਨੇ। ਉਹ ਕਿਤੇ ਨਾ ਕਿਤੇ ਟ੍ਰੈਪ ਹੈ, ਉਸ ਟ੍ਰੈਪ ਦੇ ਵਿੱਚ ਜਿਹੜਾ ਹੈ ਉਹ ਯੂਥ ਫਸ ਜਾਂਦਾ ਹੈ ਤੇ ਇਹਦੇ ਨਾਲ ਕ੍ਰਾਈਮ ਇਨਕਰੀਜ਼ ਹੋਏਗਾ, ਕਿਉਂਕਿ ਇਹ ਆਈਟਮ ਸੌਂਗਸ, ਆਈਟਮ ਡਾਂਸਿਸ ਜਿਹੜੇ ਨੇ ਇਹ ਇਨਡਾਇਰੈਕਟਲੀ ਜਿਹੜੇ ਨੇ ਜੁਰਮ ਨੂੰ ਵਧਾਵਾ ਦੇਣ ਵਾਲੇ ਨੇ। ਕਿਤੇ ਨਾ ਕਿਤੇ ਇਸ ਨਾਲ ਸੋਸਾਇਟੀ ਦੇ ਵਿੱਚ ਇੱਕ ਡੀਗ੍ਰੇਡੇਸ਼ਨ ਜਿਹੜੀ ਹੈ ਉਹ ਜ਼ਰੂਰ ਆਏਗੀ।
तो किते सॉन्ग्स ਤੇ ਡਾਂਸਸ ਭਾਰਤ ਮੁਨੀ ਤੋਂ ਗੱਲ ਕਰੀਏ, ਨਾਟਯ ਸ਼ਾਸਤਰ ਤੋਂ ਗੱਲ ਕਰੀਏ, ਸ਼ੁਰੂ ਤੋਂ ਗੱਲ ਕਰੀਏ, ਆਪਾਂ ਸ਼ਾਸਤਰੀ ਸੰਗੀਤ ਦੀ ਗੱਲ ਕਰੀਏ, ਇੱਕ ਸਾਡਾ ਇੰਨਾ ਮਹਾਨ ਵਿਰਸਾ ਰਿਹਾ ਹੈ। ਲੇਕਿਨ ਬੜਾ ਅਫਸੋਸ ਹੁੰਦਾ ਹੈ ਕਿ ਕੁਝ ਫਿਲਮਕਾਰਾਂ ਨੇ ਉਸ ਨੂੰ ਉਸ ਕਿੱਥੇ ਤੱਕ ਪਹੁੰਚਾਤਾ ਹੈ, ਉਸ ਸੌਂਗ ਐਂਡ ਮਿਊਜ਼ਿਕ ਡਾਂਸ ਰਿਚੁਅਲਸ ਨੂੰ ਕਿੱਥੇ ਤੱਕ ਪਹੁੰਚਾਤਾ ਹੈ। ਕਾਰਲ ਮਾਰਕਸ ਨੇ ਵੀ ਇੱਕ ਵਾਰ ਕਿਹਾ ਸੀਗਾ ਕਿ ਮੈਨੂੰ ਤੁਸੀਂ ਆਪਣੇ ਦੇਸ਼ ਦੇ ਗੀਤ ਦੱਸ ਦਿਓ, ਗੀਤ ਦੇ ਦਿਓ, ਤਾਂ ਮੈਂ ਉਸ ਦੇਸ਼ ਦਾ ਭਵਿੱਖ ਦੱਸ ਦਾਂਗਾ। So it is a very sorry state of affairs when some film makers do this kind of thing, and it is just a negative impact. ਇਹਦਾ ਕੋਈ positive impact ਤਾਂ ਪੈ ਸਕਦਾ ਹੀ ਨਹੀਂ ਇਸ ਚੀਜ਼ ਦਾ ਜੋ ਵੀ ਆ ਜੇ। Exactly. So what about vulgarity in the name of comedy? ਅਸੀਂ ਅਕਸਰ ਦੇਖਦੇ ਹਾਂ ਮਜ਼ਾਕ ਹੈ ਜੀ, ਕਾਮੇਡੀ ਹੈ ਜੀ, ਔਰ ਐਸੀ ਵਾਹਿਯਾਤ ਗੱਲ ਹੋਏਗੀ, ਔਰ ਐਸੀ ਮਿਆਰ ਤੋਂ ਗਿਰੀ ਹੋਈ ਗੱਲ ਹੋਏਗੀ, ਐਸੀ ਵਲਗਰ ਗੱਲ ਹੋਏਗੀ, ਡਬਲ ਮੀਨਿੰਗ ਗੱਲ ਹੋਏਗੀ। ਸੋ ਇਨ ਦ ਨੇਮ ਆਫ ਕਾਮੇਡੀ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਬੀਇੰਗ ਅ ਫਿਲਮ ਐਕਸਪਰਟ, ਫਿਲਮ ਸਕਾਲਰ? It's a very important issue that I feel, because ਜਿਹੜਾ ਹਾਸਾ ਮਜ਼ਾਕ ਹੈ ਉਹ ਵੀ ਸਾਡੇ ਕਲਚਰ ਦਾ, ਸਾਡੇ ਸਮਾਜ ਦਾ, ਸਾਡੀ ਡੇਲੀ ਰੂਟੀਨ ਦਾ ਇੱਕ ਬੜਾ ਇੰਪੋਰਟੈਂਟ ਪਾਰਟ ਹੈ। ਲੇਕਿਨ ਜੋ ਅਸੀਂ ਦੇਖਾਂਗੇ, ਉਹਨੂੰ ਗ੍ਰਹਿਣ ਕਰਾਂਗੇ ਤੇ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਆ ਕਿ ਇਹ ਹਾਸਾ ਮਜ਼ਾਕ ਜਿਹੜਾ ਹੈ ਇਹ ਸਾਡੀ ਗਰੋਥ ਲਈ ਹੈ, ਸਾਨੂੰ ਗਰੋ ਕਰਨ ਦੇ ਵਿੱਚ ਹੈਲਪ ਕਰ ਰਿਹਾ ਹੈ ਜਾਂ ਸਾਨੂੰ ਡੀਗ੍ਰੇਡ ਕਰਨ ਦੇ ਵਿੱਚ ਹੈਲਪ ਕਰ ਰਿਹਾ ਹੈ। ਇਟਸ ਅ ਵੈਰੀ ਥਿਨ ਲਾਈਨ ਬਿਟਵੀਨ ਬਫੂਨਰੀ ਐਂਡ ਕਾਮੇਡੀ। ਇੱਕ ਬਹੁਤ ਹੀ ਪਤਲੀ ਜਿਹੀ ਲਕੀਰ ਹੈ ਤੇ ਉਹ ਬਹੁਤ ਸਾਰੇ ਜਿਹੜੇ ਫਿਲਮ ਗੋਰਸ ਹੁੰਦੇ ਨੇ, ਦਰਸ਼ਕ ਹੁੰਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਘੱਟ ਸਮਝ ਆਉਂਦੀ ਹੈ ਉਸ ਚੀਜ਼ ਦੀ, ਕਿਉਂਕਿ ਉਹਨਾਂ ਨੇ 50s 60s 70s ਦੀਆਂ ਉਹ ਮੂਵੀਜ਼ ਨਹੀਂ ਵੇਖੀਆਂ ਹੁੰਦੀਆਂ ਜਦੋਂ ਬਾਸੂ ਚੈਟਰਜੀ, ਰਿਸ਼ੀਕੇਸ਼ ਮੁਖਰਜੀ ਤੇ ਗੁਲਜ਼ਾਰ ਵਰਗੇ ਫਿਲਮਕਾਰ ਤੁਹਾਡੇ ਸਾਹਮਣੇ ਉਸ ਟਾਈਮ ਦੀ ਗੋਲਮਾਲ, ਅਮੋਲ ਪਾਲੇਕਰ ਸਾਹਿਬ ਦੀ ਚੁਪਕੇ ਅੰਗੂਰ, ਖੂਬਸੂਰਤ ਤੇ ਖੱਟਾ ਮਿੱਠਾ ਵਰਗੇ ਉਹਨਾਂ ਨੇ ਰਚਨਾਵਾਂ ਜਿਹੜੀਆਂ ਸੈਲੂਲੋਇਡ ਤੇ ਲੈ ਕੇ ਆਏ, ਉਹ ਜਿਹਾ ਸਿਨੇਮਾ ਉਹਨਾਂ ਨੇ ਪੈਦਾ ਕੀਤਾ। ਜਦੋਂ ਆਪਾਂ ਉਹ ਵੇਖਦੇ ਹਾਂ ਤਾਂ ਉਹ ਜਿਹੜੀ ਕਾਮੇਡੀ ਨਜ਼ਰ ਆਉਂਦੀ ਹੈ ਨਾ ਉਸ ਟਾਈਮ ਦੀ, ਉਹ ਸਾਡੀ ਡੇਲੀ ਰੂਟੀਨ ਤੋਂ ਚੱਕੀ ਹੁੰਦੀ ਹੈ। ਜਿਹੜੇ ਡੇਲੀ ਰੂਟੀਨ ਰੋਜ਼ਮਰਰਾ ਦੇ ਸਾਡੇ 24 ਘੰਟੇ ਨੇ, ਉਸ ਦੇ ਵਿੱਚ 24 ਘੰਟਿਆਂ ਦੇ ਦੌਰਾਨ ਫੈਮਿਲੀ ਲਾਈਫ ਦੇ ਵਿੱਚ, ਪਰਿਵਾਰ ਦੇ ਵਿੱਚ ਜੋ ਥੋੜ੍ਹੀਆਂ ਬਹੁਤ ਗੱਲਾਂ ਹੁੰਦੀਆਂ ਨੇ, ਉਹ ਕਾਮੇਡੀ ਉੱਥੋਂ ਪੈਦਾ ਹੋ ਰਹੀ ਹੈ, ਉਹ ਕਿਤੇ ਨਾ ਕਿਤੇ ਉੱਥੋਂ ਅਰਾਈਜ਼ ਹੋ ਰਹੀ ਹੈ। ਲੇਕਿਨ ਉਹ ਹੌਲੀ ਹੌਲੀ ਬਦਲਦੇ ਜਦੋਂ 1990 ਦਾ ਦਹਾਕਾ ਆ ਰਿਹਾ ਹੈ, 2000 ਤੋਂ ਅੱਗੇ ਬਾਅਦ ਦੀ ਗੱਲ ਕਰੀਏ ਤਾਂ ਉਹ ਇੱਕ ਕਾਮੇਡੀ ਦਾ ਰੂਪ ਜਿਹੜਾ ਹੈ ਵਲਗਰ ਕਾਮੇਡੀ ਦੇ ਵਿੱਚ ਬਦਲ ਜਾਂਦਾ ਹੈ। ਬਟ the serious and sorry state of affairs is that our youth is not realizing that। ਉਸ ਕਾਮੇਡੀ ਨੂੰ ਹੀ ਰੀਅਲ ਕਾਮੇਡੀ ਸਮਝ ਕੇ ਬੈਠ ਕੇ, ਉਸ ਤਰ੍ਹਾਂ ਦੇ ਹਾਸੇ ਮਜ਼ਾਕ ਨੂੰ ਹੀ ਰੀਅਲ ਹਾਸਾ ਮਜ਼ਾਕ ਸਮਝ ਕੇ ਬੈਠ ਕੇ ਤੁਲਨਾ ਕਰਨੀ ਬੰਦ ਕਰਦੀ ਹੈ ਕਿ ਅੱਜ ਦੀ ਗੋਲਮਾਲ ਜੋ ਬਣਾਈ ਗਈ ਤੇ ਉਸ ਟਾਈਮ ਦੀ ਗੋਲਮਾਲ ਦੇ ਵਿੱਚ ਕਿੰਨਾ ਫਰਕ ਆ ਚੁੱਕਿਆ। ਕਿ ਮੈਂ ਜੋ ਹਾਸਾ ਮਜ਼ਾਕ ਕਰ ਰਿਹਾ ਕਿ ਉਹ ਸਾਡੇ ਘਰ ਦੀ ਲੇਡੀਜ਼ ਦੇ ਉੱਤੇ ਜੋਕ ਤਾਂ ਨਹੀਂ ਹੈ। ਇਟ ਇਜ਼ ਨੋਟ ਅ ਬੇਸਿਕਲੀ ਜੋਕ ਔਨ ਪਬਲਿਕ, ਇਟ ਇਜ਼ ਨੋਟ ਅ ਬੇਸਿਕਲੀ ਜੋਕ ਜਿਹਨੂੰ ਅਸੀਂ ਪਬਲਿਕ 'ਚ ਇੰਜੋਏ ਕਰ ਸਕੀਏ। ਉਹਨਾਂ ਡਾਇਲੈਕਟਸ ਦੇ ਵਿੱਚ, ਉਹਨਾਂ ਲਿਊਇਡ ਕਮੈਂਟਸ ਦੇ ਵਿੱਚ, ਉਸ ਪ੍ਰਕਾਰ ਦੇ ਦ੍ਰਿਸ਼ ਦੇ ਵਿੱਚ ਜਿਹੜਾ ਹੈ ਉਹ ਜੋਕਸ ਸਾਡੇ ਉੱਤੇ ਹੀ ਚੱਲ ਰਹੇ ਹੁੰਦੇ ਨੇ, ਸੋਸਾਇਟੀ ਦੇ ਉਸ ਪਾਰਟ ਦੇ ਉੱਤੇ ਚੱਲ ਰਹੇ ਹੁੰਦੇ ਨੇ ਜਿਹੜਾ ਕਿ ਸਾਡੇ ਸਮਾਜ ਦਾ ਇੱਕ ਇੰਪੋਰਟੈਂਟ ਪਾਰਟ ਹੈ ਜਿਹਨੂੰ ਅਸੀਂ ਵਿਮਨ ਕਹਿ ਸਕਦੇ ਹਾਂ। ਯੂ ਕੈਨੋਟ ਲਵ, ਤੁਸੀਂ ਉਹਨਾਂ ਚੀਜ਼ਾਂ ਤੇ ਹੱਸ ਨਹੀਂ ਸਕਦੇ ਹੋ। ਇਟ ਇਜ਼ ਨੋਟ ਅ ਲਾਫਿੰਗ ਮੈਟਰ, ਇਟ ਹੈਜ਼ ਬਿਕਮ ਅ ਵੈਰੀ ਸੀਰੀਅਸ ਮੈਟਰ ਟੂ ਬ੍ਰਿੰਗ ਬੈਕ that clean comedy in our life। Yes, satire is very important word। ਜਾਰਜ ਬਰਨਰਡ ਸ਼ੋ ਹਮੇਸ਼ਾ ਕਹਿੰਦੇ ਨੇ ਕਿ ਜੋ ਗੱਲ ਸੀਰੀਅਸ ਤੋਂ ਸੀਰੀਅਸ ਗੱਲ ਤੁਸੀਂ ਡਾਇਰੈਕਟਲੀ ਨਹੀਂ ਕਹਿ ਸਕਦੇ ਹੋ, ਇੱਕ ਸਟਾਇਰ ਦੇ ਰੂਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ। ਸੋ ਕਾਮੇਡੀ ਦੇ ਲਈ ਇਹ ਹੈ, ਇੱਕ ਤਾਂ ਹੈ ਮਜ਼ਾਕ ਕਰਨਾ, ਇੱਕ ਹੈ ਮਜ਼ਾਕ ਉਡਾਉਣਾ। ਮਜ਼ਾਕ ਉਡਾਉਣਾ ਬੇਹੱਦ ਸ਼ਰਮਨਾਕ ਹਰਕਤ ਹੁੰਦੀ, ਕਿਉਂਕਿ ਦੂਸਰੇ ਬੰਦੇ ਦਾ ਦਿਲ ਦੁਖਦਾ ਹੈ ਜਦੋਂ ਅਸੀਂ ਕਿਸੇ ਦਾ ਮਜ਼ਾਕ ਉਡਾਉਂਦੇ ਹਾਂ। ਬਿਲਕੁਲ ਪਤਲੀ ਜਿਹੀ ਲਕੀਰ ਹੈ। ਯੈਸ, ਕਦੀ ਕਿਸੇ ਕਲਾਸ ਦੇ ਨਾਮ ਤੇ ਮਜ਼ਾਕ ਉਡਾਇਆ ਜਾ ਰਿਹਾ ਹੈ, ਕਿਸੇ ਨੂੰ ਕਾਸਟ ਦੇ ਨਾਮ ਤੇ ਮਜ਼ਾਕ ਉਡਾਇਆ ਜਾ ਰਿਹਾ ਹੈ, ਤੇ ਕਿਸੇ ਦਾ ਕਮਿਊਨਿਟੀ ਦੇ ਨਾਮ ਤੇ ਮਜ਼ਾਕ ਜਿਹੜਾ ਹੈ ਫਿਲਮਾਂ ਦੇ ਵਿੱਚ ਉਡਾਇਆ ਜਾ ਰਿਹਾ ਹੈ। ਇਨ ਜਨਰਲ ਕੁਝ ਕਮਿਊਨਿਟੀਜ਼ ਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਸ਼ਾਇਦ ਉਹ ਬੇਸਿਕਲੀ ਬਣੀਆਂ ਹੀ ਮਜ਼ਾਕ ਲਈ ਹੈ, ਬਟ ਦਿਸ ਇਜ਼ ਨੋਟ ਅ ਸਿਚੁਏਸ਼ਨ। ਕੋਈ ਸਿਚੁਏਸ਼ਨ ਨਹੀਂ ਹੁੰਦੀ ਰੀਅਲ ਲਾਈਫ ਦੇ ਵਿੱਚ। ਔਰ ਦੂਸਰਾ ਹੈ ਮਜ਼ਾਕ ਕਰਨਾ। ਮਜ਼ਾਕ ਕਰਨਾ ਉਹ ਹੁੰਦਾ ਜਿਹਦੇ 'ਚ ਸਾਰੇ ਜਣੇ ਇੰਜੋਏ ਕਰਦੇ ਨੇ, ਪਰ ਉਹ ਮਜ਼ਾਕ ਕਿਸ ਕੰਮ ਦਾ ਕਿ ਸਾਰੇ ਇੰਜੋਏ ਕਰਨ ਤੇ ਇੱਕ ਬੰਦੇ ਦਾ ਦਿਲ ਦੁਖੇ, ਉਹ ਮਜ਼ਾਕ ਨਹੀਂ ਹੈ, ਉਹ ਤਾਂ ਵਾਇਲੈਂਸ ਹੈ, ਵਾਇਲੈਂਸ ਹੈ ਨਿਰੀ।
दैट इज टोटल इनजस्टिस या ਸੋ ਵਾਇਲੈਂਸ ਦੀ ਮੈਂ ਗੱਲ ਕਰ ਰਿਹਾ, ਇੱਕ ਇਮੇਜ ਆਈ ਸੀ ਯੰਗ ਐਂਗਰੀ ਯੰਗ ਮੈਨ, ਸੋ ਇਸ ਇਮੇਜ ਨੇ ਕਾਫੀ ਵਾਇਲੈਂਸ ਲੈ ਕੇ ਆਏ। ਹਾਲਾਂਕਿ ਪਹਿਲਾਂ ਵਰਲਡ ਸਿਨੇਮਾ ਦੇ ਵਿੱਚ ਅਸੀਂ ਦੇਖਦੇ ਹਾਂ ਜੋ ਗੈਂਗਸਟਰਸ ਦੀਆਂ ਮੂਵੀਜ਼ ਬਣਦੀਆਂ ਨੇ, ਗੋਡ ਫਾਦਰ ਸਭ ਤੋਂ ਪਪੂਲਰ ਰਹੀ ਹੈ ਉਹਦੇ ਵਿੱਚ, ਜਿਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੇ ਉੱਤੇ ਸਾਰੀ ਫਿਲਮ ਚੱਲਦੀ ਹੈ 3 ਪਾਰਟਸ ਦੇ ਵਿੱਚ, ਟ੍ਰੀਓਲੋਜੀ। ਸੋ ਉਸ ਤੋਂ ਇਲਾਵਾ ਵਾਇਲੈਂਸ ਇੱਕ ਖਾਸ ਹਿੱਸਾ ਰਹੀ ਹੈ ਮਾਫੀਆ ਮੂਵੀਜ਼ ਦਾ ਤਾਂ ਖਾਸ ਕਰਕੇ, or angry young man the image. So what do you say about it, violence in cinema and its impact on society? Again a very important matter, क्योंकि violence ਜਿਹੜੀ ਹੈ ਉਹ ਕਿਸ ਸੰਦਰਭ 'ਚ ਕੀਤੀ ਜਾ ਰਹੀ ਹੈ, ਕਿਸ ਕੰਟੈਕਸਟ ਵਿੱਚ ਕੀਤੀ ਜਾ ਰਹੀ ਹੈ, ਉਸ ਚੀਜ਼ ਨੂੰ ਵੇਖਣਾ ਇੱਥੇ ਬਹੁਤ ਜ਼ਰੂਰੀ ਹੋਏਗਾ। ਜਿਵੇਂ ਤੁਸੀਂ ਐਗਜ਼ਾਮਪਲਸ ਦਿੱਤੀਆਂ ਵਰਲਡ ਸਿਨੇਮਾ ਦੀਆਂ ਵੀ, ਰੋਬਰਟ ਡੀ ਨੀਰੋ ਦੇ ਮੂਵੀਜ਼ ਆਪਾਂ ਵੇਖ ਲਈਏ, ਡਾਰਕ ਨੋਇਰ ਸਿਨੇਮਾ ਹੁੰਦਾ ਸੀਗਾ ਸਕੈਂਡੀਨੇਵੀਅਨ ਕੰਟਰੀਜ਼ ਦਾ, ਉਹਨੂੰ ਵੇਖ ਲਈਏ ਤਾਂ ਵਾਇਲੈਂਸ ਬਹੁਤ ਜ਼ਿਆਦਾ ਪੋਰਟਰੇ ਕੀਤਾ ਜਾਂਦਾ ਸੀਗਾ। ਲੇਕਿਨ ਭਾਰਤ ਦੇ ਸੰਦਰਭ 'ਚ ਮੈਂ ਗੱਲ ਕਰਾਂ ਤਾਂ ਇੱਕ ਇਮੇਜ ਜਿਹੜੀ ਉੱਭਰ ਕੇ ਆਉਂਦੀ ਹੈ 1975 ਦੇ ਵਿੱਚ ਸਲੀਮ ਜਾਵੇਦ ਸਾਹਿਬ ਦੀ ਸਕ੍ਰਿਪਟ ਤੋਂ ਬਾਅਦ, ਇੱਕ ਐਂਗਰੀ ਯੰਗ ਮੈਨ ਦੀ ਇਮੇਜ। ਵਾਇਲੈਂਸ ਹੈ, ਉਹਨਾਂ ਮੂਵੀਜ਼ ਦੇ ਵਿੱਚ ਵਾਇਲੈਂਸ ਹੈ, ਬਟ ਦੈਟ ਵਾਇਲੈਂਸ ਨੈਵਰ ਹਿਟਸ ਯੂ ਨੈਗੇਟਿਵਲੀ, ਕਿਉਂਕਿ ਉਹ ਵਾਇਲੈਂਸ ਕਿਤੇ ਨਾ ਕਿਤੇ ਆਪਣਾ ਹੱਕ ਨਾ ਮਿਲਣ ਦੀ ਸੂਰਤ ਦੇ ਵਿੱਚ ਐਸਟੈਬਲਿਸ਼ਮੈਂਟ ਦੇ ਖਿਲਾਫ ਕੀਤੀ ਜਾ ਰਹੀ ਹੈ। ਉਹ ਵਾਇਲੈਂਸ ਜਿਹੜੀ ਹੈ ਉਸ ਸਮਾਂ ਦੇ ਸਟੇਟ, ਉਸ ਸਮੇਂ ਦੇ ਰਾਜ, ਜੋ ਵੀ ਸਟੇਟ ਹੋਏਗੀ, ਜੋ ਵੀ ਰਾਜ ਸੀਗਾ, ਜੋ ਵੀ ਗਵਰਨੈਂਸ ਸੀ, ਜਦੋਂ ਉਹ ਸਾਡੀਆਂ ਐਸਪੀਰੇਸ਼ਨਸ ਨੂੰ ਪੂਰਾ ਨਹੀਂ ਕਰਦੀਆਂ ਸੀਗੀਆਂ, ਉਹ ਵਾਇਲੈਂਸ ਕਿਤੇ ਨਾ ਕਿਤੇ ਉਸ ਨੂੰ ਰਿਫਲੈਕਟ ਕਰਦੀ ਹੈ। ਸੋ ਦੈਟ ਕਾਈਂਡ ਆਫ ਵਾਇਲੈਂਸ ਡਿਡਨਟ ਹੈਵ ਐਨੀ ਨੈਗੇਟਿਵ ਇੰਪੈਕਟ ਔਨ ਯੂਥ ਓਵਰਆਲ। ਉਹ ਕਿਤੇ ਨਾ ਕਿਤੇ ਇੱਕ ਰਸਤਾ ਹੀ ਸੀਗਾ ਕਿ ਜੇ ਨਹੀਂ ਚੀਜ਼ ਮਿਲ ਰਹੀ ਹੈ, ਤੁਹਾਡਾ ਹੱਕ ਹੈ, ਤੁਹਾਡਾ ਰਾਈਟ ਹੈ, ਤਾਂ ਤੁਸੀਂ ਇਹ ਰਸਤਾ ਅਪਣਾ ਸਕਦੇ ਹੋ, ਲੇਕਿਨ ਉਹ ਅਪਣਾਇਆ ਜਾਏ, ਇਸ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਸੀ। That is one form of violence. But now, if you come to the contemporary cinema, contemporary Indian cinema, ਪਿਛਲੇ 10-20 ਸਾਲਾਂ ਦਾ, ਤਾਂ ਉਹ ਵਾਇਲੈਂਸ ਦਾ ਪੈਟਰਨ ਬਿਲਕੁਲ ਚੇਂਜ ਹੋ ਗਿਆ। ਹੁਣ ਜਿਹੜਾ ਵਾਇਲੈਂਟ ਕਰ ਰਿਹਾ ਉਹ ਐਂਗਰੀ ਯੰਗ ਮੈਨ ਨਹੀਂ ਕਰ ਰਿਹਾ, ਉਹ ਐਂਗਰੀ ਨਹੀਂ ਹੈ, ਬਿਲਕੁਲ ਐਂਗਰੀ ਨਹੀਂ ਹੈ, ਉਹਨੂੰ ਐਸਟੈਬਲਿਸ਼ਮੈਂਟ ਨਾਲ ਜ਼ਿਆਦਾ ਫਰਕ ਨਹੀਂ ਪੈ ਰਿਹਾ। He is rebel without a cause, ਮੈਂ ਉਹਨੂੰ ਕਹਾਂਗਾ। ਬਗਾਵਤ ਕਰ ਰਿਹਾ, ਲੇਕਿਨ ਕਿਉਂ ਕਰ ਰਿਹਾ ਉਹ ਉਹਨੂੰ ਕਾਰਨ ਨਹੀਂ ਪਤਾ। ਉਹਦੀ ਟੈਂਡੈਂਸੀ ਵਾਇਲੈਂਟ ਹੋ ਚੁੱਕੀ ਹੈ, ਉਹਦੀ ਜਿਹੜੀ ਨੇਚਰ ਹੈ ਉਹ ਵਾਇਲੈਂਟ ਹੋ ਚੁੱਕੀ ਹੈ। ਕਿਡਨੈਪਿੰਗਸ, ਰੂਲ ਦਾ ਰੂਸਟ, ਪੋਲੀਗੈਮੀ, ਇੱਕ ਤੋਂ ਜ਼ਿਆਦਾ ਵਿਆਹ ਜਿਹੜਾ ਦਰਸਾਨੇ ਹੈ ਇਹ ਮੂਵੀਜ਼ ਦੇ ਵਿੱਚ ਆਮ ਦਿਖਾਇਆ ਜਾ ਰਿਹਾ ਹੈ। ਡਰੰਕਨ ਬੀਟਿੰਗ, ਸ਼ਰਾਬ ਪੀ ਕੇ ਕੁੱਟਣਾ ਮਾਰਨਾ, ਇਹ ਸੀਨਸ ਜਿਹੜੇ ਹੈ ਇਹ ਵੀ ਸਾਡੀ ਮੂਵੀਜ਼ ਦੇ ਵਿੱਚ ਵੱਧ ਚੁੱਕੇ ਨੇ। ਸਨ ਪ੍ਰੈਫਰੈਂਸ, ਪੈਟਰੀਆਰਕਲ ਸੋਸਾਇਟੀ, ਪਿਤ੍ਰਕਾਤਮਕ ਸਮਾਜ, ਉਹਦੇ ਕਰਕੇ ਜਿਹੜੀ ਵਾਇਲੈਂਸ ਹੈ ਉਹ ਦਿਖਾਈ ਜਾ ਰਹੀ ਹੈ। ਆਨਰ ਕਿਲਿੰਗ, ਅ ਵੈਰੀ ਕਾਮਨ ਵਰਡ ਇਨ ਅਵਰ ਮੂਵੀਜ਼, ਤਾਂ ਉਹ ਆਨਰ ਕਿਲਿੰਗ ਦੇ ਨਾਂ ਤੇ ਜਿਹੜੀ ਹੈ ਉਹ ਵਾਇਲੈਂਸ ਵੀ ਦਿਖਾਈ ਜਾ ਰਹੀ ਹੈ। ਸਟਾਕਿੰਗ, ਸੋਸ਼ਲ ਮੀਡੀਆ ਆਉਣ ਤੋਂ ਬਾਅਦ ਸਟਾਕਿੰਗ ਜਿਹੜਾ ਫਿਨੋਮਨਾ ਹੈ ਉਹ ਵੀ ਵਧਿਆ ਹੈ। ਸਟਾਕਿੰਗ ਜਿਹੜਾ ਹੈ ਆਮ ਤੌਰ ਤੇ ਇਸ ਨੂੰ ਪੋਰਟਰੇ ਮੂਵੀਜ਼ ਦੇ ਵਿੱਚ ਕਰ ਰਹੇ ਹੈ ਐਂਡ ਯੂਥ ਗੈਟ ਇੰਪੈਕਟਡ। ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ ਕਿ ਸਟਾਕਿੰਗ ਇੱਕ ਫਰੈਂਡਸ਼ਿਪ ਦੇ ਵਿੱਚ ਕੀ ਫਰਕ ਹੈ ਬੇਸਿਕਲੀ। ਸੋ that line has been blurred, ਉਹ ਲਾਈਨ ਕਿਤੇ ਨਾ ਕਿਤੇ ਬਲਰ ਹੋ ਰਹੀ ਹੈ। ਭਰੂਣ ਹੱਤਿਆ, ਫੀਮੇਲ ਬਿਊਟੀਸਾਈਡ, again a violent attitude, again a violent concept, it is being glorified somewhere in the movies. ਹੁਣ ਮੈਨੂੰ ਦੱਸੋ ਇਸ ਤਰ੍ਹਾਂ ਦੀ ਵਾਇਲੈਂਸ ਜਿਹੜੇ ਮੈਂ 10-15 ਨਾਮ ਲਏ ਹੈ, ਜਿਹੜੀ 1975 ਤੋਂ ਲੈ ਕੇ 82-84 ਤੱਕ ਇੱਕ ਐਂਗਰੀ ਯੰਗ ਮੈਨ ਦੀ ਇਮੇਜ, ਬਹੁਤ ਫਰਕ ਹੈ। That was a image, that was a violent attitude, but now there is a violence. ਕੋਈ violent attitude ਸੀਗਾ, now there is a gore violence, dark violence, without any reason violence that is being glorified, ਜਿਹਨੂੰ ਪੂਰੀ ਤਰ੍ਹਾਂ ਨਾਲ glorify ਕੀਤਾ ਜਾ ਰਿਹਾ ਹੈ। ਤੇ ਪਿਛਲੇ 10-20 ਸਾਲਾਂ ਦਾ ਫਿਨੋਮਨਾ। ਅੱਛਾ, ਕਰ ਕਿਉਂ ਰਹੇ ਹੈ? ਕਿਉਂਕਿ ਫਿਲਮਕਾਰ ਇਹ ਕਹਿੰਦਾ ਹੈ, ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ, ਕਿ ਕ੍ਰੀਏਟਿਵ ਲਿਬਰਟੀ ਦੇ ਨਾਂ ਤੇ, ਫਰੀडम ਆਫ ਸਪੀਚ ਦੇ ਨਾਂ ਤੇ ਸ਼ਾਇਦ ਮੈਂ ਕੁਝ ਵੀ ਦਿਖਾ ਸਕਦਾ, ਪਰ ਮੈਂ ਇੱਕ ਗੱਲ ਇੱਥੇ ਫਿਰ ਕਹਿਣਾ ਚਾਹੁੰਦਾ, ਇੱਕ ਵਰਡ ਜਿਹੜਾ ਮੈਂ ਪਹਿਲਾਂ ਵੀ ਬਹੁਤ ਵਾਰ ਮੈਂਸ਼ਨ ਕੀਤਾ ਹੈ, ਉਹ ਹੈ ਸੋਸ਼ਲ ਰਿਸਪੌਂਸਿਬਿਲਿਟੀ। ਤੁਸੀਂ ਫਰੀडम ਆਫ ਲਿਬਰਟੀ ਦੇ ਨਾਂ ਤੇ ਲੈ ਸਕਦੇ ਹੋ, ਆਜ਼ਾਦੀ ਲੈ ਸਕਦੇ ਹੋ, ਫਰੀडम ਆਫ ਸਪੀਚ ਦੇ ਨਾਂ ਤੇ ਵੀ ਆਜ਼ਾਦੀ ਲੈ ਸਕਦੇ ਹੋ, ਲੇਕਿਨ ਕਿਸ ਸਮਾਜ ਵਿੱਚ ਰਹਿ ਰਹੇ ਹੋ, ਉਸ ਸਮਾਜ ਤੇ ਉਹਦਾ ਪ੍ਰਭਾਵ ਕੀ ਪਏਗਾ, ਉਸ ਕਰਤੱਵ ਨੂੰ ਕਦੀ ਨਾ ਭੁੱਲੋ। ਐਗਜ਼ੈਕਟਲੀ ਨਹੀਂ ਭੁੱਲਣਾ ਹੈ, ਨਹੀਂ ਤਾਂ ਸਮਾਜ ਦੇ ਵਿੱਚ ਅਫਰਾ ਤਫਰੀ ਫੈਲੇਗੀ। ਇਹ ਜਾਇਜ਼ ਹੈ ਕਿਉਂਕਿ ਇੱਕ ਵਿਜ਼ੂਅਲ ਮੀਡੀਅਮ ਹੈ ਤੇ ਬੜਾ ਪਾਵਰਫੁਲ ਮੀਡੀਅਮ ਹੈ, ਜਿੱਥੇ ਆਡੀਓ ਵਿਜ਼ੂਅਲ ਮੀਡੀਅਮ ਕੰਬਾਈਨ ਹੋ ਕੇ ਇੱਕ ਇੰਪੈਕਟ ਕਰ ਦਿੰਦੇ ਹੈ। ਬੇਸਿਕਲੀ ਰੀਅਲਿਸਟਿਕ ਹੋਣ ਦੇ ਨਾਂ ਤੇ ਮੂਵੀਜ਼ ਬਣ ਰਹੀਆਂ ਕਿ ਅਸੀਂ ਰੀਅਲਿਸਟਿਕ ਪੋਰਟਰੇ ਕਰ ਰਹੇ ਹਾਂ, ਆਈ ਐਗਰੀ,
ਲੇਕਿਨ ਉਹ ਰੀਅਲਿਜ਼ਮ ਕਿਤੇ ਇੱਕ ਪਾਕਟ ਦੇ ਵਿੱਚ ਹੋ ਸਕਦਾ ਹੈ ਇੰਡੀਆ ਦੇ, 2 ਪਾਕਟਸ ਦੇ ਵਿੱਚ ਹੋ ਸਕਦਾ ਹੈ, 5 ਪਾਕਟਸ ਦੇ ਵਿੱਚ ਹੋ ਸਕਦਾ ਹੈ, 10 ਪਾਕਟਸ ਦੇ ਵਿੱਚ ਹੋ ਸਕਦਾ ਹੈ, ਲੇਕਿਨ ਪੂਰਾ ਦਾ ਪੂਰਾ ਸਮਾਜ ਐਸਾ ਹੈ, ਇਹ ਗੱਲ ਬਿਲਕੁਲ ਨਹੀਂ ਹੈ। ਤੇ ਪੂਰਾ ਦਾ ਪੂਰਾ ਸਮਾਜ ਐਸਾ ਨਹੀਂ ਹੈ ਤੇ ਕਿਉਂ ਨਾ ਅਸੀਂ ਉਸ ਸਮਾਜ ਨੂੰ ਦਰਸਾਈਏ ਜਿੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ। ਕੋਈ ਨਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰੀਏ, ਮੈਸੇਜ ਲਓ, ਲੇਕਿਨ ਪੂਰੀ ਦੀ ਪੂਰੀ ਮੂਵੀ 2.5 ਘੰਟੇ ਦੀ, ਉਹਨਾਂ ਵਿੱਚੋਂ 2 ਘੰਟੇ 10 ਮਿੰਟ ਇਹਨਾਂ ਸੀਨਸ ਦੇ ਨਾਲ ਹੀ ਬਣਾ ਦਿੱਤੀ ਜਾਵੇ, so that kind of violence is not acceptable। ਜੋ ਕੁਝ ਹੋ ਰਿਹਾ ਸਮਾਜ ਦੇ ਵਿੱਚ ਅੱਜ, ਉਹਦੇ ਪਿੱਛੇ ਇਹ ਨਕਾਰਾਤਮਕ ਪ੍ਰਭਾਵ ਜ਼ਰੂਰ ਨਜ਼ਰ ਆਏਗਾ। ਸੋ ਸਟੋਰੀ ਦਾ ਸਟਰਕਚਰ ਇਦਾਂ ਦਾ ਰੱਖਿਆ ਜਾਂਦਾ ਹੈ, ਸਟੋਰੀ ਦੇ ਸਿਚੁਏਸ਼ਨਸ ਇਦਾਂ ਦੀਆਂ ਰੱਖੀਆਂ ਜਾਂਦੀਆਂ ਨੇ, ਕਿਉਂਕਿ ਆਫਟਰ ਆਲ ਸਟੋਰੀ ਵਰਕ ਕਰੇਗੀ ਹਮੇਸ਼ਾ, ਸਟੋਰੀ ਸਟਰਕਚਰ ਵਰਕ ਕਰੇਗਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਕਹੀਏ ਕਿ 3 ਸ਼ਬਦਾਂ ਦੇ ਵਿੱਚ ਅਸੀਂ ਫਿਲਮ ਨੂੰ ਡਿਫਾਈਨ ਕਰਦੇ ਹਾਂ ਤਾਂ 3 ਸ਼ਬਦ ਹੀ ਬਣਦੇ ਨੇ, ਸਕ੍ਰਿਪਟ, ਸਕ੍ਰਿਪਟ, ਸਕ੍ਰਿਪਟ। ਤਾਂ ਸਕ੍ਰਿਪਟ ਜਿੱਦਾਂ ਦੀ ਹੈ ਉਸ ਦੇ ਮੁਤਾਬਿਕ ਹੀ ਟ੍ਰੀਟਮੈਂਟ ਨਿਕਲੇਗਾ, ਉਹਦੇ ਮੁਤਾਬਿਕ ਹੀ ਡਾਇਰੈਕਸ਼ਨ ਹੋਏਗੀ, ਐਵਰੀਥਿੰਗ ਵਿਲ ਫੋਲੋ ਦ ਸਕ੍ਰਿਪਟ। ਦ ਸਕ੍ਰਿਪਟ ਕਿੱਦਾਂ ਦੀ ਹੈ, ਸਕ੍ਰਿਪਟ ਦੇ ਵਿੱਚ ਜਾਨ ਕਿੱਦਾਂ ਦੀ ਹੈ, ਉਹ ਚੀਜ਼ ਮਾਇਨੇ ਰੱਖਦੀ ਹੈ। ਸੋ ਰੀਅਲਿਜ਼ਮ ਦੇ ਨਾਂ ਤੇ ਆਪਾਂ ਤੇ ਰੀਅਲਿਸਟਿਕ ਚੀਜ਼ਾਂ ਦਿਖਾਤੀਆਂ, ਫਿਲਮਕਾਰ ਨੇ ਦਿਖਾਤੀਆਂ, ਜਿਹੜਾ ਤਾਂ ਇੱਕ ਸਿਨੇਮਾ ਦਾ ਸਟੂਡੈਂਟ ਹੈ ਉਹ ਤਾਂ ਉਸ ਚੀਜ਼ ਨੂੰ ਸਮਝ ਲਏਗਾ, ਲੇਕਿਨ ਆਮ ਦਰਸ਼ਕ ਉਹਨੂੰ ਨਹੀਂ ਸਮਝੇਗਾ। ਐਲਫਰੈਡ ਹਿਚਕੌਕ ਇਸ ਗੱਲ ਦੇ ਕਾਫੀ ਜ਼ਿਆਦਾ ਪੈਰਵੀ ਕਰਦੇ ਰਹੇ ਨੇ ਕਿ ਸਕ੍ਰਿਪਟ ਹਮੇਸ਼ਾ ਸਾਊਂਡ ਹੋਣੀ ਚਾਹੀਦੀ ਹੈ, ਸਕ੍ਰਿਪਟ ਹਮੇਸ਼ਾ ਸੋਲਿਡ ਹੋਣੀ ਚਾਹੀਦੀ ਹੈ। ਹਾਲਾਂਕਿ ਉਹਨਾਂ ਨੇ ਸਾਈਕੋ ਵਰਗੀਆਂ ਫਿਲਮਸ ਦਿੱਤੀਆਂ ਨੇ, ਫਿਰ ਵੀ ਉਹ ਚਾਹੁੰਦੇ ਸੀ ਕਿ ਸਕ੍ਰਿਪਟਸ ਹਮੇਸ਼ਾ ਪ੍ਰੋ ਸੋਸਾਇਟੀ ਹੋਣੀਆਂ ਚਾਹੀਦੀਆਂ ਨੇ। ਸੋ ਅਸੀਂ ਸਕ੍ਰਿਪਟ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਅਸੀਂ ਇਹ ਸਾਰੀਆਂ ਬੁਰਾਈਆਂ ਦਾ ਜ਼ਿਕਰ ਕਰਦੇ ਪਏ ਹਾਂ, ਉਹਦੇ ਵਿੱਚ ਇੱਕ ਹੋਰ ਬੁਰਾਈ ਐਡ ਔਨ ਕਰ ਜਾਂਦੀ ਹੈ, ਡਰੱਗਸ, ਐਲਕੋਹਲ। ਇਸ ਬਾਰੇ ਕੀ ਤੁਹਾਡਾ ਵਿਚਾਰ ਬਣਦਾ, ਕਿਉਂਕਿ ਡਰੱਗਸ ਔਰ ਐਲਕੋਹਲ ਦਾ ਤੇ ਯੂਥ ਦੇ ਉੱਤੇ ਬੜਾ ਮਾੜਾ ਅਸਰ ਪੈਂਦਾ ਹੈ। ਸਮਾਜ ਨਾਲ ਜੁੜਿਆ ਹੋਇਆ ਬੜਾ ਪੱਕਦਾ ਮੁੱਦਾ ਹੈ ਐਲਕੋਹਲ ਦਾ, ਨਸ਼ਿਆਂ ਦਾ, ਡਰੱਗਸ ਦਾ, ਪੂਰੇ ਵਰਲਡ ਦੇ ਵਿੱਚ ਹੀ ਹੈ। ਕਈ ਸਟੇਟਸ ਪਰ ਬਦਨਾਮ ਹੋ ਜਾਂਦੀਆਂ, ਪੰਜਾਬ ਦੇ ਵਿੱਚ ਵੀ ਇਹ ਪ੍ਰੋਬਲਮ ਹੈ। ਮੈਂ ਬਿਲਕੁਲ ਨਹੀਂ ਕਹਾਂਗਾ ਕਿ ਇਕੱਲੇ ਪੰਜਾਬ ਦੇ ਵਿੱਚ ਹੈ, ਪੰਜਾਬ ਨੂੰ ਸਿੰਗਲ ਆਊਟ ਕਿਉਂ ਕੀਤਾ ਜਾਵੇ, ਹਰ ਜਗ੍ਹਾ ਹੀ ਇਹ ਪ੍ਰੋਬਲਮ ਹੈ, ਕਿਤੇ ਜ਼ਿਆਦਾ ਹੈ ਕਿਤੇ ਘੱਟ ਹੈ। ਤਾਂ ਕਿਸ ਤਰ੍ਹਾਂ ਇਸ ਨੂੰ ਫਿਲਮਕਾਰ ਪੋਰਟਰੇ ਕਰਦਾ ਹੈ, ਉਹਦਾ ਇੰਪੈਕਟ ਤਾਂ ਯੂਥ ਤੇ ਸਰ ਪੈਣਾ ਹੀ ਪੈਣਾ ਜੀ। ਮਤਲਬ ਕਿ ਇਹ ਨਹੀਂ ਮੈਂ ਕਹਾਂਗਾ ਕਿ ਐਲਕੋਹਲ ਜੋ ਸ਼ਰਾਬ ਹੈ ਉਹਦਾ ਯੂਜ਼ ਜਾਂ ਉਹਦਾ ਪੋਰਟਰੇ ਜਿਹੜਾ ਹੈ ਉਸਨੂੰ ਸਿਨੇਮਾ ਵਿੱਚ ਦਿਖਾਣਾ ਅੱਜ ਤੋਂ ਹੀ ਸ਼ੁਰੂ ਹੋਇਆ, ਨਹੀਂ, ਇਹ ਗੱਲ ਨਹੀਂ ਹੈ, ਬਹੁਤ ਪਹਿਲਾਂ ਤੋਂ ਹੈ। ਦੇਵਦਾਸ ਇੱਕ ਐਗਜ਼ਾਮਪਲ ਮੈਂ ਲੈ ਸਕਦਾ, ਜਿਹੜਾ ਕਰੈਕਟਰ ਹੈ ਉਹ ਪੂਰਾ ਐਲਕੋਹਲਿਕ ਹੈ, ਲੇਕਿਨ ਇੱਥੇ ਮੈਂ ਫਿਰ ਇੱਕ ਗੱਲ ਟੈਕਨੀਕਲੀ ਦੱਸਣਾ ਚਾਹੁੰਦਾ ਕਿ ਉਹ ਕਰੈਕਟਰ ਐਲਕੋਹਲਿਕ ਹੈ। ਉਹ ਐਲਕੋਹਲ ਇਸ ਕਰਕੇ ਨਹੀਂ ਪੀ ਰਿਹਾ ਕਿ ਉਹ ਉਹਨੂੰ ਗਲੋਰੀਫਾਈ ਨਹੀਂ ਕਰ ਰਿਹਾ, ਉਸ ਨਸ਼ੇ ਨੂੰ ਗਲੋਰੀਫਾਈ ਨਹੀਂ ਕਰ ਰਿਹਾ, ਉਹ ਉਸ ਨੂੰ ਨਹੀਂ ਲੈ ਕੇ ਆ ਰਿਹਾ, ਉਹਦਾ ਜੀਵਨ ਹੀ ਉਸ ਪ੍ਰਕਾਰ ਹੋ ਚੁੱਕਿਆ ਹੈ ਕਿ ਉਹਦਾ ਕਿਰਦਾਰ ਦੇ ਵਿੱਚ ਉਹ ਚੀਜ਼ ਜਿਹੜੀ ਹੈ ਉਹ ਰਚ ਚੁੱਕੀ ਹੈ। ਸੈਪਰੇਟ ਇਸ਼ੂ, ਉਹ ਬਿਲਕੁਲ ਇੱਕ ਸੈਪਰੇਟ ਇਸ਼ੂ ਹੋ ਜਾਂਦਾ ਹੈ। ਕਿੰਨੀ ਵਾਰੀ ਦੇਵਦਾਸ ਜਿਹੜੀ ਹੈ ਉਹ ਬਣਾਈ ਗਈ ਹੈ, 7 ਵਾਰ ਜਿਹੜੀ ਹੈ ਦੇਵਦਾਸ ਜਿਹੜੀ ਹੈ ਉਹ ਮੂਵੀ ਬਣੀ ਹੈ। ਉਸ ਤੋਂ ਆਪਾਂ ਅੱਗੇ ਚੱਲੀਏ ਤਾਂ ਜਿਹੜੇ ਸੌਂਗਸ ਤੇ ਮਿਊਜ਼ਿਕ ਹੁੰਦੇ ਸੀਗੇ, ਇੱਥੇ ਵੀ ਮੈਂ ਟੈਕਨੀਕਲੀ ਥੋੜੀ ਗੱਲ ਕਰਨਾ ਚਾਹੁੰਦਾ ਕਿ ਜਦੋਂ ਐਲਕੋਹਲ ਪੋਰਟਰੇ ਕੀਤਾ ਗਿਆ, ਸ਼ਰਾਬ ਦੀ ਗੱਲ ਹੋਈ ਹੈ, ਤਾਂ ਬੜੇ ਪੋਇਟਿਕ ਫਾਰਮ ਦੇ ਵਿੱਚ ਕਈ ਲਿਰਿਸਿਸਟ ਨੇ, ਕਈ ਗੀਤਕਾਰਾਂ ਨੇ ਉਹਨੂੰ ਆਪਣੇ ਗੀਤ ਦੇ ਵਿੱਚ ਲਿਆਂਦਾ ਤੇ ਇਸ ਤਰ੍ਹਾਂ ਸੀਨਸ ਬਣਾਏ, ਇਸ ਤਰ੍ਹਾਂ ਉਹਨਾਂ ਦੀ ਪਿਕਚਰਾਈਜੇਸ਼ਨ ਕੀਤੀ ਹੈ ਕਿ ਉਹ ਤੁਹਾਨੂੰ ਕਿਤੇ ਨਾ ਕਿਤੇ ਐਸਥੈਟਿਕ ਸੈਂਸ ਦੇ ਕੇ ਜਾਂਦਾ ਹੈ, ਕਿਤੇ ਨਾ ਕਿਤੇ ਉਹ ਐਲਕੋਹਲ ਨੂੰ ਗਲੋਰੀਫਾਈ ਨਹੀਂ ਕਰਦਾ ਬਿਲਕੁਲ ਵੀ ਕਿ ਇਹਨੂੰ ਮੈਂ ਗਲੋਰੀਫਾਈ ਕਰਾਂ। ਕਈ ਐਗਜ਼ਾਮਪਲ ਦਿੱਤੀਆਂ ਜਾ ਸਕਦੀਆਂ ਨੇ, ਸਾਹਿਬ ਸਾਹਿਬ ਦਾ ਗਾਣਾ ਕਾਜਲ ਮੂਵੀ ਦਾ ਤੁਸੀਂ ਲੈ ਲਓ ਜਾਂ ਇਨਕਾਮ ਮੂਵੀ ਦਾ ਤੁਸੀਂ ਗੀਤ ਲੈ ਲਓ, ਤਾਂ ਉਹ ਗਲੋਰੀਫਾਈ ਕਰਨ ਦੀ ਗੱਲ ਕਿਤੇ ਨਹੀਂ ਹੋ ਰਹੀ ਹੈ, ਪੋਇਟਿਕ ਟਾਈਪ ਦੇ ਵਿੱਚ ਮਿਊਜ਼ਿਕ ਦੇ ਨਾਲ, ਸੌਂਗਸ ਦੇ ਨਾਲ ਉਹਨੂੰ ਕਿਤੇ ਨਾ ਕਿਤੇ ਪੋਰਟਰੇ ਕਰ ਦਿੱਤਾ ਜਾਂਦਾ ਸੀਗਾ। ਤੇ ਪੂਰੀ ਮੂਵੀ ਦੇ ਵਿੱਚ 1 ਜਾਂ 2 ਸੀਨਸ ਹੋ ਜਾਂਦੇ ਸੀਗੇ, ਹਾਰਡਲੀ 5 to 10%। ਇਹ ਸਟੱਡੀਜ਼ ਹੋਈਆਂ, ਕਈਆਂ ਨੇ ਇਹ ਸਟੱਡੀਜ਼ ਕੀਤੀਆਂ ਹੁਣ ਕਿ ਕਿਸ ਪ੍ਰਕਾਰ ਇੰਪੈਕਟ ਪੈਂਦਾ। ਪਰ ਜਦੋਂ 70s ਦੇ ਵਿੱਚ ਹਰੇ ਰਾਮ ਹਰੇ ਕ੍ਰਿਸ਼ਨਾ ਆ ਰਹੀ ਹੈ, ਕਿਉਂਕਿ ਹਿੱਪੀ ਕਲਚਰ ਡੋਮੀਨੇਟ ਕਰ ਗਿਆ, ਇੱਥੇ ਇੰਡੀਅਨ ਸਟੇਟ ਦੇ ਵਿੱਚ ਵੀ ਕੀਤਾ। ਬੀਟਲਸ ਦਾ ਜ਼ਮਾਨਾ ਸੀਗਾ, ਉਹ ਇੱਕ ਇਮੇਜ ਜਿਹੜੀ ਹੈ ਲੰਬੇ ਵਾਲ ਤੇ ਗਿਟਾਰ ਤੇ ਨਾਲ ਹਿੱਪੀ ਗਲੋਰੀਫਾਈ ਉੱਥੇ ਕੀਤਾ, ਲੇਕਿਨ ਇੱਕ ਮੈਸੇਜ ਵੀ ਦਿੱਤਾ ਗਿਆ। ਲੇਕਿਨ ਉਸ ਤੋਂ ਬਾਅਦ ਮੈਂ ਆਵਾਂਗਾ 1990 ਤੇ। 1990 ਤੋਂ ਬਾਅਦ ਕਿਤੇ ਨਾ ਕਿਤੇ ਉਹ ਮਿਊਜ਼ਿਕ ਦੀ ਮੈਲੋਡੀ ਦਾ ਜ਼ਰੂਰ ਨਜ਼ਰ ਆਉਂਦੀ ਹੈ, ਲੇਕਿਨ ਕੰਟੈਂਟ ਮਿਸਿੰਗ ਹੋ ਗਿਆ। ਉਸ ਤੋਂ ਬਾਅਦ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਕੁਝ ਫਿਲਮਕਾਰਾਂ ਨੇ ਇਹ ਕਿਹਾ ਕਿ ਅਸੀਂ ਰੀਅਲਿਸਟਿਕ ਪੋਰਟਰੇ ਕਰਾਂਗੇ,
ਡਰੱਗਸ ਨੂੰ, ਨਸ਼ਿਆਂ ਨੂੰ ਲੈ ਕੇ, ਅਸੀਂ ਰੀਅਲਿਸਟਿਕ ਪੋਰਟਰੇ ਕਰਾਂਗੇ ਅਲਕੋਹਲ ਨੂੰ ਲੈ ਕੇ, ਲੇਕਿਨ ਉਹ ਆਪਣੇ ਰੀਅਲਿਸਟਿਕ ਪੋਰਟਰੇ ਕਰਨ ਦੇ ਚੱਕਰ ਦੇ ਵਿੱਚ ਇੱਕ ਆਮ ਦਰਸ਼ਕ ਤੇ ਇਹੋ ਜਿਹਾ ਨੈਗੇਟਿਵ ਪ੍ਰਭਾਵ ਪਾ ਗਏ ਕਿ ਯੂਥ ਜਿਹੜਾ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸਟੱਡੀਜ਼ ਕਹਿੰਦੀਆਂ ਨੇ ਕਿ ਜਦੋਂ ਇਹੋ ਜਿਹੇ ਸੀਨਸ ਆਉਂਦੇ ਨੇ, ਜਦੋਂ ਸਮੋਕਿੰਗ ਦਾ ਸੀਨ ਆਉਂਦਾ ਹੈ, ਜਦੋਂ ਡਰਿੰਕਿੰਗ ਦਾ ਸੀਨ ਆਉਂਦਾ ਹੈ, ਜਦੋਂ ਕਿਤੇ ਡਰੱਗਸ ਦੀ ਗੱਲ ਮੂਵੀਜ਼ ਦੇ ਵਿੱਚ ਹੁੰਦੀ ਹੈ, ਤਾਂ 66% 66% ਦਰਸ਼ਕ ਜਿਹੜੇ ਹੈ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। 20% ਤੇ ਇਫੈਕਟ ਨਹੀਂ ਪੈਂਦਾ, ਲੇਕਿਨ ਉਹ ਉਹਨਾਂ ਨੂੰ ਕੂਲ ਨਜ਼ਰ ਆਉਂਦੇ ਹੈ ਸੀਨਸ, ਉਹਨਾਂ ਨੂੰ ਟ੍ਰੈਂਡੀ ਨਜ਼ਰ ਆਉਂਦੇ ਹੈ ਤੇ ਉਹ ਪ੍ਰਭਾਵਿਤ ਹੁੰਦੇ ਹੈ। ਤੇ ਜਦੋਂ ਪ੍ਰਭਾਵਿਤ ਹੋਏਗਾ ਤਾਂ ਉਹ ਉਸ ਨੂੰ ਪ੍ਰੈਕਟੀਕਲ ਯੂਜ਼ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਕਿਉਂ ਹੋ ਗਿਆ? ਫਿਰ ਮੈਂ ਉੱਥੇ ਆਣਾ ਬੇਸਿਕਲੀ ਕਿ ਇੱਕ ਸਿਨੇਮਾ ਬਣਾਉਣ ਵਾਲਾ ਇੱਕ ਫਿਲਮਕਾਰ ਨੇ ਤਾਂ ਕਹਿਤਾ ਕਿ ਉਹ ਜਿਹੜਾ ਪੁਰਾਣੇ ਜ਼ਮਾਨੇ ਵਿੱਚ ਪੋਰਟਰੇ ਹੁੰਦਾ ਸੀਗਾ ਉਹ ਰੀਅਲਿਸਟਿਕ ਨਹੀਂ ਸੀਗਾ। ਇਹ ਚੀਜ਼ਾਂ ਸਮਾਜ ਵਿੱਚ ਹੋ ਰਹੀਆਂ ਤਾਂ ਮੈਂ ਦਿਖਾਊਂਗਾ, ਲੇਕਿਨ ਹਾਰਸ਼ ਰਿਐਲਿਟੀ ਹਰ ਕੋਈ ਨਹੀਂ ਸਮਝ ਸਕਦਾ। ਦਰਸ਼ਕ ਦੀ, ਆਮ ਦਰਸ਼ਕ ਦੀ ਸਮਝ ਇੰਨੀ ਜ਼ਿਆਦਾ ਉੱਚੀ ਨਹੀਂ ਹੁੰਦੀ ਹੈ ਕਿ ਉਹ ਉਸ ਨੂੰ ਉਸ ਐਂਗਲ ਨਾਲ ਲਵੇ ਜਿਸ ਐਂਗਲ ਨੇ ਫਿਲਮਕਾਰ ਨੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਕੰਮ ਦਰਸ਼ਕ ਦੀ ਤਰ੍ਹਾਂ ਲਏਗਾ ਤਾਂ ਉਹਦੇ ਤੇ ਨੈਗੇਟਿਵ ਪ੍ਰਭਾਵ ਪਏਗਾ ਹੀ ਪਏਗਾ। ਇਹਨਾਂ ਚੀਜ਼ਾਂ ਦਾ ਇਹਨੂੰ ਅਵੋਇਡ ਕਰਨਾ ਚਾਹੀਦਾ। ਦੈਟ ਇਜ਼ ਫॉर ਸ਼ੋਰ। ਕਿਉਂਕਿ ਤੁਸੀਂ ਜਦੋਂ ਹਰੇ ਰਾਮਾ ਹਰੇ ਕ੍ਰਿਸ਼ਨਾ ਦੀ ਗੱਲ ਕਰਦੇ ਹੋ, ਨਾਲ ਪੂਰਬ ਔਰ ਪੱਛਮ ਦੀ ਗੱਲ ਵੀ ਹੁੰਦੀ ਹੈ, ਤਾਂ ਉਹਦੇ 'ਚ ਇੱਕ ਚੀਜ਼ ਕਾਮਨ ਮਿਲਦੀ ਹੈ, ਹਿੱਪੀ ਕਲਚਰ। ਹਿੱਪੀ ਕਲਚਰ ਉਹਦੇ ਵਿੱਚ ਹਮੇਸ਼ਾ ਡਰੱਗਸ ਦੀ ਗੱਲ ਹੋਏਗੀ, ਹੈ ਨਾ, ਅਤੇ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ, ਅੱਜ ਵੀ ਐਗਜ਼ਿਸਟ ਕਰਦੀਆਂ ਨੇ। ਸੋ ਉਸੇ ਲਾਈਟ ਦੇ ਵਿੱਚ ਮੈਂ ਆਪਣਾ ਵਾਈਂਡ ਅਪ ਕਰਨ ਵੇਲੇ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਸੋਸ਼ਲ ਰਿਸਪੌਂਸਿਬਿਲਿਟੀ ਹੈ, ਅਸੀਂ ਇਹ ਸਾਰੀਆਂ ਬੁਰਾਈਆਂ ਗਿਣਾਈਆਂ ਨੇ, ਹਿੱਪੀ ਕਲਚਰ ਦੀ ਵੀ ਗੱਲ ਕਰਦੇ ਪਏ ਹਾਂ। ਸੋ ਸੋਸ਼ਲ ਰਿਸਪੌਂਸਿਬਿਲਿਟੀ ਵਰਸਿਸ ਡਰਟੀ ਪੋਲੀਟਿਕਸ, ਡਰਟੀ ਸੋਸਾਇਟੀ, ਡਾਰਕ ਸਾਈਡ ਆਫ ਸੋਸਾਇਟੀ, ਜੋ ਇਹ ਸਭ ਕੁਛ ਡਰਟੀ ਹਰ ਫੀਲਡ ਦੇ ਵਿੱਚ ਮੌਜੂਦ ਹੈ, ਸੋਸਾਇਟੀ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਮੌਜੂਦ ਹੈ। ਕਿਉਂਕਿ ਕਿਸੇ ਵੀ ਚੀਜ਼ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਵਾਲੇ ਹਰ ਜਗ੍ਹਾ ਬੈਠੇ ਨੇ, ਚਾਹੇ ਉਹ ਪੋਲੀਟੀਕਲ ਲਾਈਫ ਹੈ, ਚਾਹੇ ਉਹ ਸੋਸ਼ਲ ਲਾਈਫ ਹੈ, ਚਾਹੇ ਉਹ ਰਿਲੀਜੀਅਸ ਲਾਈਫ ਹੈ, ਐਨੀ ਲਾਈਫ, ਚਾਹੇ ਉਹ ਮੈਡੀਕਲ ਪ੍ਰੋਫੈਸ਼ਨ ਹੈ, ਚਾਹੇ ਉਹ ਇੰਜੀਨੀਅਰਿੰਗ ਪ੍ਰੋਫੈਸ਼ਨ ਹੈ। ਕਰਪਸ਼ਨ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਹੈ। ਹਿਊਮਨ ਸਾਈਕੀ ਦਾ ਇੱਕ ਖਾਸ ਹਿੱਸਾ ਹੈ ਕਰਪਸ਼ਨ। ਕੋਈ ਵੀ ਸੋਸਾਇਟੀ ਹੋਵੇ, ਦੁਨੀਆ ਦਾ ਕੋਈ ਵੀ ਦੇਸ਼ ਹੋਵੇ, ਕਰਪਸ਼ਨ ਹੈ, ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਸੋ ਕਰਪਸ਼ਨ ਹੀ ਡਰਟੀ ਚੀਜ਼ਾਂ ਨੂੰ ਜਨਮ ਦਿੰਦੀ ਹੈ ਹਮੇਸ਼ਾ। ਸੋ ਉਹ ਚੀਜ਼ ਤੁਸੀਂ ਸਕਰੀਨ ਤੇ ਦਿਖਾਣੀ ਹੋਵੇ ਤਾਂ ਸੋਸ਼ਲ ਰਿਸਪੌਂਸਿਬਿਲਿਟੀ ਨੂੰ ਕਿੱਦਾਂ ਐਜ਼ ਅ ਫਿਲਮ ਮੇਕਰ ਤੁਸੀਂ ਨਿਭਾ ਸਕਦੇ ਹੋ? ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਤੇ ਬਹੁਤ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਬੁਰਾਈਆਂ ਵਿਆਪਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਫਿਲਮਾਂ ਤੋਂ ਜੇ ਪ੍ਰਭਾਵਿਤ ਹੁੰਦਾ ਸਮਾਜ, ਤਾਂ ਫਿਲਮਾਂ ਵੀ ਸਮਾਜ ਤੋਂ ਪ੍ਰਭਾਵਿਤ ਹੁੰਦੀਆਂ, ਦੋਨੋਂ ਕੰਪਲੀਮੈਂਟਰੀ ਚੱਲ ਰਹੀਆਂ। ਸਮਾਜਿਕ ਕਰਤੱਵ ਉਸ ਤਰ੍ਹਾਂ ਨਿਭਾਇਆ ਜਾ ਸਕਦਾ ਹੈ ਕਿ ਸਮਾਜ ਦੀਆਂ ਜੋ ਰਿਐਲਿਟੀਜ਼ ਹੈਗੀਆਂ, ਬੇਸਿਕਲੀ ਜੋ ਕੜਵੀਆਂ ਸੱਚਾਈਆਂ ਹੈ, ਤੁਹਾਨੂੰ ਦਿਖ ਰਹੀਆਂ, ਇੱਕ ਫਿਲਮਕਾਰ ਨੂੰ ਦਿਖ ਰਹੀਆਂ ਹੈ, ਤਾਂ ਉਹ ਸਿਨੇਮਾ ਦੇ ਪਰਦੇ ਤੇ ਲੈ ਕੇ ਆਣਾ ਚਾਹੁੰਦਾ ਹੈ। ਠੀਕ ਹੈ, ਇਹ ਉਹਦਾ ਕੰਮ ਹੈ, ਲੈ ਕੇ ਆਣਾ ਵੀ ਚਾਹੁੰਦਾ ਹੈ, ਤਾਂ ਉਹਨੂੰ ਇਸ ਢੰਗ ਨਾਲ ਲਿਆਇਆ ਜਾਏ ਕਿ ਉਹ ਕਿਤੇ ਨਾ ਕਿਤੇ ਉਹਦੀ ਗਲੋਰੀਫਾਈਂਗ ਇਮੇਜ ਨਾ ਬਣੇ। ਉਹਨੂੰ ਸੌਫਟ ਢੰਗ ਦੇ ਨਾਲ, ਨਰਮ ਢੰਗ ਦੇ ਨਾਲ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਏ, ਜੋ ਕਿ 1950s ਦੇ ਵਿੱਚ, 60s ਦੇ ਵਿੱਚ ਹੋ ਰਿਹਾ ਸੀਗਾ। ਬਿਮਲ ਰਾਏ, ਰਾਜ ਕਪੂਰ ਵਰਗੇ ਫਿਲਮਕਾਰਾਂ ਨੇ ਸਮਾਜਿਕ ਬੁਰਾਈਆਂ ਨੂੰ ਪਰਦੇ ਤੇ ਉਤਾਰਿਆ। ਉਹਨਾਂ ਨੇ ਕਦੀ ਨਹੀਂ ਕਿਹਾ ਕਿ ਸਮਾਜ ਬਿਲਕੁਲ ਚੰਗਾ ਹੈ। ਇਟਸ ਨਾਟ ਅ ਯੂਟੋਪੀਅਨ ਵਰਲਡ। ਯੂਟੋਪੀਅਨ ਵਰਲਡ ਦੀ ਗੱਲ ਕਦੀ ਵੀ ਨਹੀਂ ਹੋਈ ਹੈ, ਲੇਕਿਨ ਉਹਨਾਂ ਦਾ ਜਿਹੜਾ ਪੋਰਟਰੇਲ ਸੀਗਾ ਉਹ ਸੌਂਗਸ ਦੇ ਮਾਧਿਅਮ ਨਾਲ ਤੇ ਕੁਝ ਡਾਇਲੈਕਟਸ ਦੇ ਨਾਲ, ਜਿਹੜੇ ਕਿ ਬੜੇ ਕਲੀਨ ਡਾਇਲੈਕਟਸ ਹੁੰਦੇ ਸੀਗੇ, ਉਸ ਮਾਧਿਅਮ ਨਾਲ ਉਹ ਆਪਣੇ ਸਮਾਜਿਕ ਕਰਤੱਵ ਵੀ ਨਿਭਾ ਜਾਂਦੇ ਸੀਗੇ, ਕਿਉਂਕਿ ਉਹ ਕਿਤੇ ਨਾ ਕਿਤੇ ਡਿਊਟੀ ਸਮਝਦੇ ਸੀਗੇ। ਲੇਕਿਨ ਅੱਜ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ, ਪਹਿਲਾਂ ਹੀ ਗੱਲ ਸ਼ੁਰੂ ਕੀਤੀ ਹੈ ਕਿ ਅੱਜ ਇਸ ਚੀਜ਼ ਨੂੰ ਜਸਟੀਫਾਈ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ ਕਿ ਇਹ ਸਮਾਜ ਦੀ ਡਿਮਾਂਡ ਹੈ, ਸਮਾਜ ਦੇ ਵਿੱਚ ਵਾਇਲੈਂਸ ਹੈ, ਸਮਾਜ ਪੂਰਾ ਦਾ ਪੂਰਾ ਕਰਪਟ ਹੈ, ਸਮਾਜ ਹੀ ਪੂਰਾ ਦਾ ਪੂਰਾ ਗੰਦਾ ਹੋ ਗਿਆ, ਤਾਂ ਅਸੀਂ ਉਹੀ ਚੀਜ਼ ਦੇਵਾਂਗੇ ਜੋ ਸਮਾਜ ਹੈ, ਜੋ ਸਮਾਜ ਹੈ। ਬਟ ਇਹ ਚੀਜ਼ ਗਲਤ ਹੈ। ਪੂਰਾ ਦਾ ਪੂਰਾ ਸਮਾਜ, ਪੂਰੀ ਦੀ ਪੂਰੀ ਸੁਸਾਇਟੀ ਕਦੀ ਵੀ ਗਲਤ ਨਹੀਂ ਹੋ ਸਕਦੀ, ਕਦੀ ਵੀ ਭ੍ਰਸ਼ਟ ਨਹੀਂ ਹੋ ਸਕਦੀ, ਕਦੀ ਵੀ ਆਪਣੇ ਅਨੈਤਿਕ ਮੁੱਲਾਂ ਤੇ ਨਹੀਂ ਚੱਲ ਸਕਦੀ। ਨੈਤਿਕ ਮੁੱਲ ਹਾਲੇ ਵੀ ਕਾਇਮ ਹੈ। ਪੋਜ਼ਿਟਿਵ ਚੀਜ਼ ਨੂੰ ਆਪਾਂ ਲੈ ਕੇ ਆਈਏ, ਨੈਗੇਟਿਵ ਚੀਜ਼ ਨੂੰ ਛੱਡੀਏ। ਮੈਸੇਜ ਜੇ ਦੇਣਾ ਹੈ ਤਾਂ ਥੋੜਾ ਸੌਫਟ ਢੰਗ ਨਾਲ ਦਈਏ, ਤਾਂ ਕਿ ਜਿਹੜੇ ਵਲਨਰੇਬਲ ਮਾਈਂਡਸ ਹੁੰਦੇ ਨੇ, ਉਹ ਵਲਨਰੇਬਲ ਮਾਈਂਡਸ
ਦੇ ਪ੍ਰਭਾਵ ਜਿਹੜਾ ਹੈ ਉਹ ਚੰਗਾ ਪਏ, ਉਹ ਮਾੜਾ ਨਾ ਪਏ। ਜੀ ਰਾਕੇਸ਼ ਜੀ, ਥੈਂਕ ਯੂ ਸੋ ਮਚ, ਤੁਸੀਂ ਐਨਲਾਈਟਨ ਕੀਤਾ ਹੈ ਇਸ ਸਬਜੈਕਟ ਦੇ ਉੱਤੇ ਸਾਨੂੰ, ਸਾਡੇ ਆਡੀਅנס ਨੂੰ, ਡਾਰਕ ਸਾਈਡ ਆਫ ਸਿਨੇਮਾ। ਸੋ ਅਸੀਂ ਵਾਈਂਡ ਅਪ ਇੱਦਾਂ ਹੀ ਕਰਾਂਗੇ ਕਿ ਚਾਹੇ ਉਹ ਸਮਾਜਿਕ ਬੁਰਾਈਆਂ ਹੋਣ, ਚਾਹੇ ਉਹ ਇਕਨੋਮਿਕਸ ਦੀਆਂ ਬੁਰਾਈਆਂ ਹੋਣ, ਚਾਹੇ ਉਹ ਪੋਲਿਟਿਕਸ ਦੀਆਂ ਬੁਰਾਈਆਂ ਹੋਣ, ਚਾਹੇ ਉਹ ਰਿਲੀਜਨ ਦੀਆਂ ਬੁਰਾਈਆਂ ਹੋਣ, ਚਾਹੇ ਉਹ ਸੋਸ਼ਲ ਬੁਰਾਈਆਂ ਹੋਣ, ਸੋਸ਼ਲ ਰਿਸਪੌਂਸਿਬਿਲਿਟੀ ਹਰ ਫਿਲਮ ਮੇਕਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਉਸ ਨੂੰ ਨਿਭਾਉਂਦੇ ਹੋਏ ਉਹਨੂੰ ਫਿਲਮਸ ਪਿਕਚਰਾਈਜ਼ ਕਰਨੀਆਂ ਚਾਹੀਦੀਆਂ ਨੇ। ਸੋ ਥੈਂਕ ਯੂ ਸੋ ਮਚ ਰਾਕੇਸ਼ ਜੀ, ਥੈਂਕ ਯੂ ਸੋ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਡ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।